ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 7 ਅਕਤੂਬਰ ਹੈ, ਦਿਨ ਵੀਰਵਾਰ ਹੈ। ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਤੁਹਾਨੂੰ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ। ਲਖੀਮਪੁਰ ਖੀਰੀ ਕਤਲੇਆਮ ਮਾਮਲੇ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਿਓ ਮੋਟੋ ਨੋਟਿਸ ਲੈ ਲਿਆ ਹੈ। ਖੁਦ ਨੋਟਿਸ ਲੈਂਦਿਆਂ ਅੱਜ ਇਸ ਕੇਸ ਦੀ ਸੁਣਵਾਈ ਦਾ ਫੈਸਲਾ ਕੀਤਾ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਵੇਗੀ। ਭਾਰਤ ਦੇ ਚੀਫ ਜਸਟਿਸ ਐਨ.ਵੀ. ਰਾਮੰਨਾ ਦੀ ਅਗਵਾਈ ਵਾਲਾ ਬੈਂਚ ਕੇਸ ਦੀ ਸੁਣਵਾਈ ਕਰੇਗਾ, ਜਦਕਿ ਹੋਰਨਾਂ ਜੱਜਾਂ ਦੇ ਵਿੱਚ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਸ਼ਾਮਿਲ ਹੋਣਗੇ। ਇਸ ਕੇਸ ਨੂੰ ਲਖੀਮਪੁਰ ਖੀਰੀ ਵਿੱਚ ਹੋਏ ਕਤਲੇਆਮ ਕਰਕੇ ਹੋਈਆਂ ਮੌਤਾਂ ਦੇ ਵਜੋਂ ਸੂਚੀਬੱਧ ਕੀਤਾ ਗਿਆ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਇੱਕ ਟਵੀਟ ਕਰਕੇ ਕੱਲ੍ਹ ਸਿਖਰਲੀ ਅਦਾਲਤ ਨੂੰ ਲਖੀਮਪੁਰ ਹਿੰਸਾ ਦਾ ਖੁਦ ਨੋਟਿਸ ਲੈਣ ਦੀ ਅਪੀਲ ਕੀਤੀ ਸੀ, ਜਦਕਿ ਦੋ ਹੋਰਨਾਂ ਵਕੀਲਾਂ ਸ਼ਿਵ ਕੁਮਾਰ ਤ੍ਰਿਪਾਠੀ ਤੇ C.S. ਪਾਂਡਾ ਦੇ ਵੱਲੋਂ ਲਿਖੀ ਚਿੱਠੀ ਵਿੱਚ ਵੀ ਸਿਖਰਲੀ ਅਦਾਲਤ ਦੇ ਦਖਲ ਦੀ ਮੰਗ ਕੀਤੀ ਗਈ ਸੀ। ਕਪਿਲ ਸਿੱਬਲ ਨੇ ਟਵੀਟ ਕੀਤਾ ਸੀ, ਸੁਪਰੀਮ ਕੋਰਟ ਇੱਕ ਸਮਾਂ ਸੀ ਜਦੋਂ ਨਾ YouTube ਸੀ ਨਾ ਹੀ ਸੋਸ਼ਲ ਮੀਡੀਆ। ਸੁਪਰੀਮ ਕੋਰਟ ਪ੍ਰਿੰਟ ਮੀਡੀਆ ਵਿੱਚ ਖਬਰਾਂ ਦੇ ਆਧਾਰ ਤੇ ਖੁਦ ਨੋਟਿਸ ਲੈਂਦੀ ਸੀ। ਇਸ ਨੇ ਬੇਜ਼ੁਬਾਨਾਂ ਦੀ ਆਵਾਜ਼ ਸੁਣੀ। ਉਹਨਾਂ ਕਿਹਾ ਕਿ ਅੱਜ ਜਦੋਂ ਸਾਡੇ ਨਾਗਰਿਕਾਂ ਨੂੰ ਗੱਡੀਆਂ ਦੇ ਨਾਲ ਦਰੜ ਕੇ ਮਾਰਿਆ ਜਾ ਰਿਹਾ ਹੈ, ਸੁਪਰੀਮ ਕੋਰਟ ਨੂੰ ਅਪੀਲ ਹੈ ਕਿ ਉਹ ਕਾਰਵਾਈ ਕਰੇ। ਆਖਿਰਕਾਰ ਸੁਪਰੀਮ ਕੋਰਟ ਨੇ ਐਲਾਨ ਕਰ ਦਿੱਤਾ ਹੈ ਕਿ ਸਿਓ ਮੋਟੋ ਨੋਟਿਸ ਤੇ ਅੱਜ ਉਹ ਸੁਣਵਾਈ ਕਰਨਗੇ। ਦੂਸਰੀ ਵੱਡੀ ਖਬਰ ਵੀ ਲਖੀਮਪੁਰ ਤੋਂ ਹੀ ਹੈ, ਜਿੱਥੇ ਦੂਸਰੇ ਪੋਸਟਮਾਰਟਮ ਤੋਂ ਬਾਅਦ ਚੌਥੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਦੂਸਰੇ ਪੋਸਟਮਾਰਟਮ ਦੇ ਵਿੱਚ ਵੀ ਕਿਸਾਨ ਨੂੰ ਗੋਲੀ ਲੱਗਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਪਰਿਵਾਰ ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਅੰਤਿਮ ਸੰਸਕਾਰ ਕਰ ਦਿੱਤਾ ਹੈ। ਪਰਿਵਾਰ ਲਗਾਤਾਰ ਇਹ ਦਾਅਵਾ ਕਰ ਰਿਹਾ ਸੀ ਕਿ ਗੁਰਵਿੰਦਰ ਸਿੰਘ ਦੇ ਕੰਨ ਪੱਟੀ ਦੇ ਕੋਲੋਂ ਦੀ ਗੋਲੀ ਹੋ ਕੇ ਗਈ ਹੈ, ਯਾਨੀ ਕਿ ਕੰਨ ਨੂੰ ਨੁਕਸਾਨ ਪਹੁੰਚਾਇਆ ਹੈ। ਕੰਨ ਪੱਟੀ ਤੇ ਗੋਲੀ ਦੇ ਨਿਸ਼ਾਨ ਨੇ। ਰਾਕੇਸ਼ ਟਕੈਤ ਨੇ ਮੰਗ ਕੀਤੀ ਹੈ ਕਿ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਜੇ ਮਿਸ਼ਰਾ ਨੂੰ ਤੁਰੰਤ ਹਟਾਇਆ ਜਾਵੇ। ਪੰਜਾਬ ਤੇ ਛੱਤੀਸਗੜ੍ਹ ਦੀਆਂ ਪਰਿਵਾਰਾਂ ਪੀੜਤਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦੇਣਗੀਆਂ। ਯੂਪੀ ਸਰਕਾਰ ਨੇ ਕੱਲ੍ਹ ਕਿਸੇ ਵੀ ਵਿਰੋਧੀ ਪਾਰਟੀ ਦੇ ਯੂਪੀ ਦੇ ਵਿੱਚ ਦਾਖਲ ਹੋਣ ਤੇ ਲਾਈ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੀੜਤ ਕਿਸਾਨ ਪਰਿਵਾਰਾਂ ਨੂੰ ਉੱਥੇ ਜਾ ਕੇ ਮਿਲੇ। ਚਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਦੇ ਨਾਲ-ਨਾਲ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨੂੰ ਵੀ ਮਿਲੇ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪੀੜਤਾਂ ਨੂੰ ਮੁਆਵਜ਼ੇ ਦੀ ਲੋੜ ਨਹੀਂ ਹੈ, ਉਹਨਾਂ ਨੂੰ ਇਨਸਾਫ ਦੀ ਲੋੜ ਹੈ। ਦੂਸਰੇ ਪਾਸੇ ਅਜੇ ਮਿਸ਼ਰਾ ਹਾਲੇ ਵੀ ਹਿੱਕ ਠੋਕ ਕੇ ਕਹਿ ਰਿਹਾ ਹੈ ਕਿ ਮੇਰੇ ਅਤੇ ਮੇਰੇ ਪੁੱਤਰ ਤੇ ਲੱਗੇ ਦੋਸ਼ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਹਨ। ਉਸਨੇ ਕਿਹਾ ਕਿ ਵੱਖ-ਵੱਖ ਪਹਿਲੂਆਂ ਤੋਂ ਜਾਂਚ ਏਜੰਸੀਆਂ ਕੇਸ ਦੀ ਜਾਂਚ ਕਰ ਰਹੀਆਂ ਨੇ, ਕਿਸੇ ਵੀ ਜਾਂਚ ਏਜੰਸੀ ਤੇ ਕੋਈ ਦਬਾਅ ਨਹੀਂ ਹੈ, ਜਦਕਿ ਵੀਡੀਓਜ਼ ਜਿਹੜੀਆਂ ਕਲੀਅਰ ਐਵੀਡੈਂਸ ਜਿਹੜੇ ਜਨਤਕ ਹੋਏ ਨੇ, ਵਾਇਰਲ ਹੋਏ ਨੇ, ਉਹ ਚੀਕ ਚਿੱਲਾ ਕੇ ਕਹਿ ਰਹੇ ਨੇ ਕਿ ਉਸ ਕਤਲੇਆਮ ਦੇ ਵਿੱਚ ਮੰਤਰੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਸ਼ਾਮਿਲ ਸੀ ਅਤੇ ਅਜੇ ਮਿਸ਼ਰਾ ਦੀ ਗੱਡੀ ਦੇ ਉੱਤੇ ਉਹ ਸਵਾਰ ਹੋ ਕੇ ਆਇਆ ਸੀ ਆਪਣੇ ਕਾਫਲੇ ਦੇ ਨਾਲ। ਹਾਲਾਂਕਿ ਕੱਲ੍ਹ ਖਬਰਾਂ ਇਹ ਵੀ ਮਿਲ ਰਹੀਆਂ ਸੀ ਕਿ ਅਜੇ ਮਿਸ਼ਰਾ ਦਾ ਪੁੱਤਰ ਸਰੈਂਡਰ ਕਰ ਸਕਦਾ ਹੈ, ਪਰ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਤੋਂ ਬਾਅਦ ਅਜੇ ਮਿਸ਼ਰਾ ਦਾ ਫਿਰ ਉਹੀ ਬਿਆਨ ਆਇਆ ਹੈ ਕਿ ਅਸੀਂ ਨਿਰਦੋਸ਼ ਹਾਂ। ਸਿੰਘੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ 8 ਅਕਤੂਬਰ ਯਾਨੀ ਕਿ ਕੱਲ੍ਹ ਨੂੰ ਮੀਟਿੰਗ ਕੀਤੀ ਜਾਏਗੀ। ਉਸ ਤੋਂ ਬਾਅਦ ਵੱਡਾ ਸੰਘਰਸ਼ ਉਲੀਕਿਆ ਜਾਏਗਾ ਜੇ ਇਸ ਮਾਮਲੇ ਵਿੱਚ ਇਨਸਾਫ ਨਾ ਮਿਲਿਆ। ਰਾਕੇਸ਼ ਟਕੈਤ ਨੇ ਵੀ ਕਿਹਾ ਕਿ ਜਿਸ ਦਿਨ ਭੋਗ ਸਮਾਗਮ ਹੋਵੇਗਾ, ਅੰਤਿਮ ਸੰਸਕਾਰ ਤੋਂ ਬਾਅਦ ਅੰਤਿਮ ਅਰਦਾਸ ਸਮਾਗਮ ਹੋਵੇਗਾ ਚਾਰੇ ਕਿਸਾਨਾਂ ਦਾ, ਉਸ ਦਿਨ ਮੋਰਚਾ ਵੱਡਾ ਫੈਸਲਾ ਲਵੇਗਾ। ਕਿਸਾਨ ਮੋਰਚੇ ਨੇ ਕਿਸਾਨ ਲੀਡਰ ਤੇਜਿੰਦਰ ਸਿੰਘ ਵਿਰਕ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਨਿੰਦਿਆ ਕੀਤੀ ਹੈ, ਕਿਉਂਕਿ ਪੁਲਿਸ ਨੇ ਉੱਥੇ ਕ੍ਰਾਸ ਕੇਸ ਵੀ ਫਾਈਲ ਕੀਤੇ ਨੇ ਕਿਸਾਨਾਂ ਦੇ ਖਿਲਾਫ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਾਡਾ ਵਫਦ ਛੇਤੀ ਮੁਲਾਕਾਤ ਕਰੇਗਾ ਤੇ ਅਕਾਲੀ ਦਲ ਦਾ ਇਹ ਵਫਦ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਵੀ ਮੁਲਾਕਾਤ ਕਰੇਗਾ। ਯੂਪੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਫਦ, ਜਿਸ ਨੂੰ ਪਹਿਲਾਂ ਹਿਰਾਸਤ ਦੇ ਵਿੱਚ ਲੈ ਲਿਆ ਸੀ ਪੁਲਿਸ ਨੇ, ਆਖਿਰਕਾਰ ਉਸ ਵਫਦ ਨੇ ਕੱਲ੍ਹ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ। ਯੂਪੀ ਪੁਲਿਸ ਨੇ 18 ਘੰਟੇ ਹਿਰਾਸਤ ਵਿੱਚ ਰੱਖੇ ਜਾਣ ਤੋਂ ਬਾਅਦ ਬੁੱਧਵਾਰ ਦੁਪਹਿਰ ਨੂੰ ਇਹਨਾਂ ਲੀਡਰਾਂ ਨੂੰ ਰਿਹਾ ਕੀਤਾ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀੜਤ ਪਰਿਵਾਰਾਂ ਦੇ ਨਾਲ ਫੋਨ ਤੇ ਗੱਲ ਕਰਕੇ ਕਾਨੂੰਨੀ ਜਾਂ ਆਰਥਿਕ ਮਦਦ ਦਾ ਭਰੋਸਾ ਦਿੱਤਾ, ਪਰ ਆਰਥਿਕ ਮਦਦ ਦਾ ਕੋਈ ਐਲਾਨ ਨਹੀਂ ਕੀਤਾ ਗਿਆ।
ਜੇ ਬੀਜੇਪੀ ਪੰਜਾਬ ਦੀ ਗੱਲ ਕਰ ਲਈਏ ਤਾਂ ਲਖੀਮਪੁਰ ਖੀਰੀ ਮਾਮਲੇ ਤੇ ਬੀਜੇਪੀ ਪੰਜਾਬ ਨੇ ਪੂਰੀ ਤਰ੍ਹਾਂ ਦੇ ਨਾਲ ਚੁੱਪੀ ਧਾਰ ਰੱਖੀ ਹੈ। ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਗੁੱਸੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਸਿੱਖਾਂ ਦੇ ਲਈ ਕੰਮ ਕੀਤੇ ਗਏ ਨੇ ਉਹਨਾਂ ਨੂੰ ਫਲਾਂਟ ਕਰਕੇ ਦਿਖਾਇਆ ਜਾ ਰਿਹਾ ਹੈ। ਇਸ ਦਰਮਿਆਨ ਮੰਡੀ ਕਾਲਿਆਂਵਾਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਮਜ਼ਦੂਰ ਮਹਾ ਪੰਚਾਇਤ ਕਰਵਾਈ, ਜਿਸ ਦੇ ਵਿੱਚ ਯੋਗੇਂਦਰ ਯਾਦਵ ਸਮੇਤ ਹੋਰ ਕਿਸਾਨ ਲੀਡਰ ਨੇ ਜਿਹੜੇ ਉਹ ਪਹੁੰਚੇ ਹੋਏ ਸੀ। ਕਿਸਾਨ ਲੀਡਰ ਕੁਲਵੰਤ ਸਿੰਘ ਸੰਧੂ ਵੀ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਕਿਹਾ ਕਿ 9 ਅਗਸਤ 1942 ਨੂੰ ਦੇਸ਼ ਦੇ ਲੋਕਾਂ ਵੱਲੋਂ ਅੰਗਰੇਜ਼ਾਂ ਖਿਲਾਫ ਭਾਰਤ ਛੱਡੋ ਅੰਦੋਲਨ ਚਲਾਇਆ ਗਿਆ ਸੀ ਤੇ ਹੁਣ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਕਰਨ ਵਾਲੀ ਮੋਦੀ ਸਰਕਾਰ ਦੇ ਖਿਲਾਫ ਗੱਦੀ ਛੱਡੋ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਮਹਾਪੰਚਾਇਤ ਦੀਆਂ ਤਸਵੀਰਾਂ ਨਸ਼ਰ ਹੋਣ ਤੋਂ ਬਾਅਦ ਕਈ ਲੋਕ ਕਿਸਾਨਾਂ ਦੇ ਰਵੱਈਏ ਤੇ ਸਵਾਲ ਚੁੱਕ ਰਹੇ ਨੇ ਕਿ ਯੂਪੀ ਦੇ ਵਿੱਚ ਇੰਨਾ ਵੱਡਾ ਕਤਲकांड ਵਾਪਰਿਆ ਹੈ ਤਾਂ ਕਿਸਾਨ ਲੀਡਰ ਇੱਥੇ ਉੱਥੇ ਕੀ ਕਰ ਰਹੇ ਨੇ। ਆਖਿਰਕਾਰ ਪੰਜਾਬ ਦਾ ਕੋਈ ਕਿਸਾਨ ਲੀਡਰ ਉੱਥੇ ਕਿਉਂ ਨਹੀਂ ਦਿਸਦਾ। ਇਸ ਦਰਮਿਆਨ ਮੋਰਚੇ ਨੇ ਇੱਕ ਵੀਡੀਓ ਅਪਲੋਡ ਕੀਤਾ ਹੈ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਬਾਰੇ, ਕਿਉਂਕਿ ਹਾਲੇ ਤੱਕ ਪਤਾ ਹੀ ਨਹੀਂ ਕਿ ਗੁਰਨਾਮ ਸਿੰਘ ਚੜੂਨੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਰੱਖਿਆ ਕਿੱਥੇ ਹੈ। ਘਟਨਾ ਵਾਲੇ ਦਿਨ ਹੀ ਰਾਤ ਨੂੰ ਗੁਰਨਾਮ ਸਿੰਘ ਚੜੂਨੀ ਨੇ ਉੱਥੇ ਜਾਣ ਲਈ ਚਾਲੇ ਪਾ ਦਿੱਤੇ ਸੀ, ਪਰ ਹਜੇ ਤੱਕ ਉਹਨਾਂ ਦਾ ਕੋਈ ਥੌ ਪਤਾ ਨਹੀਂ ਲੱਗ ਸਕਿਆ। ਕੱਲ ਇਸੇ ਮਸਲੇ ਤੇ ਰਾਜ ਭਵਨ ਘੇਰਨ ਜਾਂਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਤੇ ਉਧਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਅੱਜ ਕਾਂਗਰਸ ਦੇ ਲੀਡਰ, ਵਰਕਰ ਅਤੇ ਮੰਤਰੀ ਲਖੀਮਪੁਰ ਖੀਰੀ ਵੱਲ ਮਾਰਚ ਕੱਢਣਗੇ। ਨਵਜੋਤ ਸਿੰਘ ਸਿੱਧੂ ਨੇ ਇਸ ਦਾ ਐਲਾਨ ਕੀਤਾ ਸੀ। ਕੱਲ ਰਾਤ ਨੂੰ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਦੀ ਵੱਡੀ ਖਬਰ ਵੀ ਆਈ। ਸੇਖਵਾਂ ਦੇ ਪੀਏ ਰਹੇ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਲੰਘੇ ਕੁਝ ਮਹੀਨਿਆਂ ਤੋਂ ਸਿਹਤ ਠੀਕ ਨਾ ਹੋਣ ਕਰਕੇ ਉਹ ਪਹਿਲਾਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਸਿਹਤ ਜ਼ਿਆਦਾ ਵਿਗੜਨ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਸਕਾਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਲੀਡਰਾਂ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਉਹਨਾਂ ਨੇ ਪਹਿਲਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਫਿਰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਮਿਲ ਕੇ ਪਾਰਟੀ ਬਣਾਈ। ਲੰਘੇ ਮਹੀਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਉਹਨਾਂ ਦੇ ਪਿੰਡ ਸੇਖਵਾਂ ਪਹੁੰਚੇ ਸੀ। ਫਰੀਦਕੋਟ ਤੋਂ ਖਬਰ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀਆਂ ਦੇ ਖਿਲਾਫ ਕੱਲ੍ਹ ਵੀ ਦੋਸ਼ ਆਇਦ ਨਹੀਂ ਹੋ ਸਕੇ। ਵਿਸ਼ੇਸ਼ ਜਾਂਚ ਟੀਮ ਇਹਨਾਂ ਕੇਸਾਂ ਵਿੱਚ 6 ਡੇਰਾ ਪ੍ਰੇਮੀਆਂ ਦੇ ਖਿਲਾਫ ਚਲਾਨ ਪੇਸ਼ ਕਰ ਚੁੱਕੀ ਹੈ। ਡੇਰਾ ਪ੍ਰੇਮੀਆਂ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਤਰਜਨੀ ਦੀ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਮੰਗ ਕੀਤੀ ਹੈ ਕਿ ਦੋਸ਼ ਆਇਦ ਕਰਨ ਤੋਂ ਪਹਿਲਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਰੇ ਗਏ ਅੰਗਾਂ ਦੀਆਂ ਤਸਵੀਰਾਂ ਦਿੱਤੀਆਂ ਜਾਣ। ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਦੇ ਦੋਸ਼ਾਂ ਵਿੱਚ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੀ ਫੋਨ ਰਿਕਾਰਡਿੰਗ ਦਾ ਰਿਕਾਰਡ ਮੁਹੱਈਆ ਕਰਵਾਇਆ ਜਾਵੇ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਪੱਖ ਅਦਾਲਤ ਵਿੱਚ ਲਿਖਤੀ ਤੌਰ ਤੇ ਰੱਖਣ ਲਈ ਕਿਹਾ ਹੈ। ਅਰਜ਼ੀ ਦੇ ਨਿਪਟਾਰੇ ਤੋਂ ਬਾਅਦ ਹੀ ਮੁਲਜ਼ਮਾਂ ਖਿਲਾਫ ਚਾਰਜ ਲਾਉਣ ਦੇ ਮੁੱਦੇ ਤੇ ਬਹਿਸ ਹੋਵੇਗੀ ਤੇ ਅਗਲੀ ਸੁਣਵਾਈ 27 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਦੇ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਬਣੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਉੱਥੇ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਕਦਮ ਨਹੀਂ ਪੁੱਟੇ ਜਾ ਰਹੇ। ਦਰਅਸਲ ਇੱਕ ਦਿਨ ਪਹਿਲਾਂ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚ ਜਬਰੀ ਦਾਖਲ ਹੋ ਕੇ ਕੁਝ ਹਥਿਆਰਬੰਦ ਲੋਕਾਂ ਨੇ ਭੰਨ ਤੋੜ ਕੀਤੀ ਸੀ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਲਈ ਤੁਰੰਤ ਠੋਸ ਕਦਮ ਚੁੱਕੇ। ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਨੇ ਤਾਲਿਬਾਨ ਸਰਕਾਰ ਦੇ ਕੋਲ ਸਖਤ ਰੋਸ ਦਰਜ ਕਰਾਉਂਦਿਆਂ ਮੰਗ ਕੀਤੀ ਹੈ ਕਿ ਭੰਨਤੋੜ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਬਾਰੇ ਦੱਸਿਆ ਜਾਵੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪ੍ਰਭਾਵਿਤ ਹੋਈ ਨਰਮੇ ਦੀ ਫਸਲ ਦੇ ਨੁਕਸਾਨ ਦਾ ਅਸਲ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦਾ ਕੰਮ ਤੁਰੰਤ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ। ਰੰਧਾਵਾ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾਵੇ, ਪਰ ਇਹ ਮੁਆਵਜ਼ਾ ਦਿੱਤਾ ਕਿੰਨਾ ਜਾਊਗਾ, ਇਸ ਬਾਰੇ ਹਾਲੇ ਸਰਕਾਰ ਆਪਣੇ ਪੱਤੇ ਨਹੀਂ ਖੋਲ ਰਹੀ। ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅਧਿਕਾਰੀਆਂ ਤੇ ਮਾਹਿਰਾਂ ਦੇ ਉੱਚ ਪੱਧਰੀ ਵਫਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਪਾਹ ਦੀ ਫਸਲ ਲਈ ਅਗਲੇ ਸੀਜ਼ਨ ਤੋਂ ਗੁਲਾਬੀ ਸੁੰਡੀ ਨਾਲ ਨਜਿੱਠਣ ਲਈ ਮੈਟਿੰਗ ਡਿਸਰਪਸ਼ਨ ਟੈਕਨੋਲੋਜੀ ਵਰਤੀ ਜਾਵੇਗੀ। ਇਹ ਟੈਕਨੋਲੋਜੀ ਨੋ ਪੰਪ ਨੋ ਸਪਰੇਅ ਦੇ ਨਾਲ ਸੰਬੰਧਿਤ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਚ ਵੱਡੇ ਘਰਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਹੈ ਅਤੇ ਡਿਪੂ ਮੈਨੇਜਰਾਂ ਨੂੰ ਨਾਜਾਇਜ਼ ਬੱਸਾਂ ਦੀ ਸੂਚੀ ਤਿਆਰ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਹੁਕਮ ਇਹ ਵੀ ਦਿੱਤੇ ਨੇ ਕਿ ਸੂਚੀ ਤੁਰੰਤ ਬਣਾਈ ਜਾਵੇ ਤੇ ਟਰਾਂਸਪੋਰਟ ਮੰਤਰੀ ਦੀ ਸਖਤੀ ਤੋਂ ਛੋਟੀਆਂ ਕੰਪਨੀਆਂ ਦੇ ਪ੍ਰਬੰਧਕ ਜ਼ਰੂਰ ਬਾਗੋ-ਬਾਗ ਨੇ। ਮੰਤਰੀ ਨੇ ਛੋਟੀਆਂ ਟਰਾਂਸਪੋਰਟ ਕੰਪਨੀਆਂ ਦੇ ਨਾਲ ਬੱਸਾਂ ਦੀ ਸਮਾਂ ਸਾਰਣੀ ਬਣਾਉਣ ਦੇ ਵਾਅਦੇ ਵੀ ਕੀਤੇ ਨੇ। ਇਸ ਸੰਬੰਧੀ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਛੇਤੀ ਟਾਈਮ ਟੇਬਲ ਬਣਾਉਣ ਦੇ ਹੁਕਮ ਵੀ ਦਿੱਤੇ ਗਏ ਨੇ।
ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਕੁਝ ਹੋਰ ਖਬਰਾਂ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ। ਬੁਲੇਟਿਨ ਦੇ ਵਿੱਚ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਅੱਜ ਦੇ ਦਿਨ ਦੀ ਕੀ ਖਾਸੀਅਤ ਹੈ। ਸਿੱਖ ਇਤਿਹਾਸ ਦੇ ਵਿੱਚ 7 ਅਕਤੂਬਰ ਨੂੰ ਨਵਾਬ ਕਪੂਰ ਸਿੰਘ ਅਕਾਲ ਚਲਾਣਾ ਕਰ ਗਏ ਸੀ। ਨਵਾਬ ਕਪੂਰ ਸਿੰਘ 18ਵੀਂ ਸਦੀ ਦੇ ਉਹਨਾਂ ਸਿੱਖ ਜਰਨੈਲਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਨੂੰ ਆਪਣੀ ਸੁਚੱਜੀ ਅਗਵਾਈ ਦੇ ਕੇ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਅਤੇ ਪੰਜਾਬ ਤੇ ਖਾਲਸਾ ਰਾਜ ਕਾਇਮ ਕਰਨ ਦੇ ਲਈ ਰਾਹ ਪੱਧਰਾ ਕੀਤਾ। ਨਵਾਬ ਕਪੂਰ ਸਿੰਘ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਨੂੰ ਮੁਗਲ ਸਰਕਾਰ ਨੇ ਸਿੱਖਾਂ ਦੇ ਲੀਡਰ ਦੇ ਰੂਪ ਵਿੱਚ ਮਾਨਤਾ ਦਿੱਤੀ ਸੀ ਅਤੇ ਪੰਥ ਨੂੰ ਨਵਾਬੀ ਦੇ ਕੇ ਸਤਿਕਾਰਿਆ ਸੀ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਲੋਕ ਰਾਏ ਵੀ ਦੱਸ ਦਿੰਦੇ ਹਾਂ। ਲੋਕ ਰਾਏ ਹੈ ਲਖੀਮਪੁਰ ਖੀਰੀ ਕਤਲੇਆਮ ਤੋਂ ਬਾਅਦ ਇਲਜ਼ਾਮਾਂ ਦੇ ਵਿੱਚ ਘਿਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਤੇ ਉਸਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਕੀ ਸਰਕਾਰ ਬਚਾਉਣਾ ਚਾਹੁੰਦੀ ਹੈ? ਤੁਹਾਨੂੰ ਕੀ ਲੱਗਦਾ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਕੀਤਾ ਜਾ ਰਿਹਾ ਸ਼ਰੇਆਮ ਯੈਸ ਜਾਂ ਹਾਂ ਲਿਖਿਓ। ਜੇ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਕੁਝ ਨਹੀਂ ਹੈ, ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਨੋ ਜਾਂ ਨਾ ਲਿਖਿਓ। ਖਬਰਾਂ ਹੁਣ ਵਿਸਥਾਰ ਦੇ ਨਾਲ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਲਖੀਮਪੁਰ ਖੀਰੀ ਕਾਂਡ ਦੀ। ਇਸ ਦਰਮਿਆਨ ਤੁਹਾਨੂੰ ਦੱਸ ਦਿੰਦੇ ਹਾਂ ਕਿ #ਅਰੈਸਟ ਮਰਡਰਰ ਮੋਨੂ ਮਿਸ਼ਰਾ ਯਾਨੀ ਕਿ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਹੈ ਜਿਹੜੀ ਉਹ ਟਵਿੱਟਰ ਦੇ ਉੱਤੇ ਟ੍ਰੈਂਡ ਕਰ ਰਹੀ ਹੈ। ਲਖੀਮਪੁਰ ਖੀਰੀ ਕਤਲੇਆਮ ਦੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਬਹਿਰਾਇਚ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਦਾ ਬੁੱਧਵਾਰ ਸਵੇਰੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਰਿਵਾਰ ਦੀ ਮੰਗ ਤੇ ਮ੍ਰਿਤਕ ਦੇਹ ਦਾ ਦੂਜੀ ਵਾਰੀ ਪੋਸਟਮਾਰਟਮ ਵੀ ਕੀਤਾ ਗਿਆ। ਪੁਲਿਸ ਸੁਪਰਡੈਂਟ ਸੁਜਾਤਾ ਸਿੰਘ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਤਲੇਆਮ ਦੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਗੁਰਵਿੰਦਰ ਸਿੰਘ ਨੂੰ ਉਸਦੇ ਰਿਸ਼ਤੇਦਾਰਾਂ ਦੀ ਮੰਗ ਤੇ ਮੰਗਲਵਾਰ ਬੁੱਧਵਾਰ ਦੀ ਰਾਤ ਨੂੰ ਮੁੜ ਪੋਸਟਮਾਰਟਮ ਕੀਤਾ ਗਿਆ। ਡਾਕਟਰਾਂ ਦਾ ਮਾਹਿਰ ਪੈਨਲ ਲਖਨਊ ਤੋਂ ਨਿਗਰਾਨੀ ਕਰਨ ਦੇ ਲਈ ਵੀ ਪਹੁੰਚਿਆ ਸੀ। ਪੋਸਟਮਾਰਟਮ ਰਿਪੋਰਟ ਪੈਨਲ ਦੇ ਨਿਰਦੇਸ਼ਾਂ ਮੁਤਾਬਿਕ ਹੀ ਜਾਰੀ ਕੀਤੀ ਜਾਏਗੀ ਪਰ ਅੰਤਿਮ ਸੰਸਕਾਰ ਜ਼ਰੂਰ ਕਰ ਦਿੱਤਾ ਗਿਆ। ਮੰਗਲਵਾਰ ਸ਼ਾਮ ਨੂੰ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਲਖਨਊ ਦੇ ਪੀਜੀਆਈ ਹਸਪਤਾਲ ਤੋਂ 2 ਡਾਕਟਰ ਹੈਲੀਕਾਪਟਰ ਰਾਹੀਂ ਭੇਜੇ ਤੇ ਬਹਿਰਾਇਚ ਦੇ ਜ਼ਿਲ੍ਹਾ ਹਸਪਤਾਲ ਦੇ 2 ਹੋਰ ਡਾਕਟਰਾਂ ਨੇ ਮਿਲ ਕੇ ਰਾਤ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਪੋਸਟਮਾਰਟਮ ਕਰਵਾਇਆ। ਬਹਿਰਾਇਚ ਪ੍ਰਸ਼ਾਸਨ ਦੇ ਮੁਤਾਬਿਕ ਰਿਪੋਰਟ ਪਰਿਵਾਰ ਵਾਲਿਆਂ ਦੇ ਚੁਣੇ ਹੋਏ ਡਾਕਟਰਾਂ ਨੂੰ ਦਿਖਾ ਦਿੱਤੀ ਗਈ ਹੈ। ਉਸ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਨੂੰ ਗੁਰਵਿੰਦਰ ਦੇ ਕੰਨ ਨੇੜੇ ਗੋਲੀਆਂ ਦੇ ਨਿਸ਼ਾਨ ਸਾਫ਼-ਸਾਫ਼ ਦਿਖਾਈ ਦਿੰਦੇ ਸੀ। ਇਸ ਤੋਂ ਬਾਅਦ ਉਹਨਾਂ ਨੇ ਲਖੀਮਪੁਰ ਦੇ ਵਿੱਚ ਹੋਏ ਪਹਿਲੇ ਪੋਸਟਮਾਰਟਮ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ ਤੇ ਫਿਰ ਦੂਸਰੇ ਪੋਸਟਮਾਰਟਮ ਤੋਂ ਬਾਅਦ ਬੁੱਧਵਾਰ ਸਵੇਰੇ ਨਾਨਪਾਰਾ ਦੇ ਮੋਹਰਨੀਆ ਪਿੰਡ ਦੇ ਵਿੱਚ ਭਾਰੀ ਸੁਰੱਖਿਆ ਦੇ ਵਿਚਾਲੇ ਸੁਖਵਿੰਦਰ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਦਰਮਿਆਨ ਇੱਕ ਹੋਰ ਬਹੁਤ ਹੀ ਦਿਲ ਦੁਖਾਉਣ ਵਾਲਾ ਵੀਡੀਓ ਜਿਹੜਾ ਵਾਇਰਲ ਹੋਇਆ ਹੈ ਜਿਹਦੇ ਵਿੱਚ ਗੁਰਵਿੰਦਰ ਸਿੰਘ ਨੂੰ ਹਸਪਤਾਲ ਲਿਜਾਂਦੇ ਦੇਖਿਆ ਜਾ ਸਕਦਾ ਹੈ ਪਰ ਇਸ ਮੌਕੇ ਗੱਡੀ ਦੇ ਵਿੱਚ ਨਾ ਹੀ ਤਾਂ ਉਹਨਾਂ ਦੇ ਕੋਈ ਆਕਸੀਜਨ ਲੱਗੀ ਹੋਈ ਸੀ ਨਾ ਹੀ ਕੋਈ ਹੋਰ ਸਹੂਲਤ ਸੀ। ਦੋਸਤ ਮਿੱਤਰ ਸਿਰਫ ਸਹਾਰਾ ਦੇ ਰਹੇ ਸੀ ਪਰ ਫਿਰ ਵੀ ਗੁਰਵਿੰਦਰ ਸਿੰਘ ਨੂੰ ਨਹੀਂ ਬਚਾਇਆ ਜਾ ਸਕਿਆ। ਗੁਰਵਿੰਦਰ ਸਿੰਘ ਦੀ ਉਮਰ ਮਹਿਜ਼ 19 ਸਾਲ ਦੀ ਸੀ। ਯੋਗੀ ਸਰਕਾਰ ਦੇ ਹੁਕਮਾਂ ਦੇ ਉੱਤੇ ਹੁਣ ਯੂਪੀ ਦੇ 5 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਲਖੀਮਪੁਰ ਖੀਰੀ ਜ਼ਿਲ੍ਹੇ ਦੇ ਨਾਲ ਲੱਗਦੇ ਪੀਲੀਭੀਤ, ਬਹਿਰਾਇਚ, ਸੀਤਾਪੁਰ ਅਤੇ ਸ਼ਾਹਜਹਾਂਪੁਰ ਦੇ ਵਿੱਚ ਵੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਤੇ ਉਧਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤ ਸਣੇ 15 ਹੋਰ ਜਣਿਆਂ ਦੇ ਖਿਲਾਫ FIR ਦਰਜ ਹੋਣ ਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਕੇਂਦਰੀ ਮੰਤਰੀ ਅਜੇ ਮਿਸ਼ਰਾ ਤੇ ਉਸਦਾ ਜਿਹੜਾ ਪੁੱਤ ਹੈ ਆਸ਼ੀਸ਼ ਉਹ ਬੁੱਧਵਾਰ ਦੀ ਰਾਤ ਨੂੰ ਆਪਣੇ ਜੱਦੀ ਪਿੰਡ ਬਨਵੀਰਪੁਰ ਪਹੁੰਚੇ ਹੋਏ ਸੀ ਤੇ ਜਾਣਕਾਰੀ ਇਹ ਵੀ ਮਿਲੀ ਕਿ ਇਹ ਜਿਹੜਾ ਆਸ਼ੀਸ਼ ਹੈ ਜਿਹੜਾ ਕਾਤਲ ਮੰਨਿਆ ਜਾ ਰਿਹਾ ਹੈ ਉਹ ਆਤਮ ਸਮਰਪਣ ਕਰ ਸਕਦਾ ਹੈ, ਸਰੈਂਡਰ ਕਰ ਸਕਦਾ ਹੈ ਪਰ ਨਾ ਹੀ ਤਾਂ ਮੰਤਰੀ ਨਾ ਹੀ ਉਹਦੇ ਪੁੱਤ ਅਤੇ ਨਾ ਹੀ ਪੁਲਿਸ ਨੇ ਇਸ ਤੇ ਕੋਈ ਅਧਿਕਾਰਿਕ ਪੁਸ਼ਟੀ ਕੀਤੀ। ਸ਼ਾਮ ਨੂੰ 5:30 ਵਜੇ ਤੱਕ ਸਰੈਂਡਰ ਕੀਤੇ ਜਾਣ ਦੀ ਕੋਈ ਖਬਰ ਨਹੀਂ ਮਿਲੀ। ਸਾਰੇ ਘਟਨਾਕ੍ਰਮ ਦੇ ਦਰਮਿਆਨ ਕਿਸਾਨ ਲੀਡਰ ਰਾਕੇਸ਼ ਟਿਕੈਤ ਵੀ ਉੱਥੇ ਹੀ ਮੌਜੂਦ ਰਹੇ ਅਤੇ ਰਾਕੇਸ਼ ਟਿਕੈਤ ਅੰਤਿਮ ਸੰਸਕਾਰ ਦੇ ਵਿੱਚ ਵੀ ਸ਼ਾਮਿਲ ਹੋਏ। ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਜਦੋਂ ਕੀਤਾ ਗਿਆ ਉਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਨੂੰ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਸਾਡਾ ਮੋਰਚਾ ਖਤਮ ਨਹੀਂ ਹੋਇਆ ਹੈ। ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਦੇ ਵਿੱਚ ਸਾਡਾ ਸੰਘਰਸ਼ ਚੱਲ ਰਿਹਾ ਹੈ। ਇੱਕ ਬੀਜੇਪੀ ਲੀਡਰ ਕਹਿੰਦੇ ਕਹਿ ਰਿਹਾ ਹੈ ਕਿ ਸਾਡਾ ਕਿਸਾਨਾਂ ਦੇ ਨਾਲ ਪੈਸਿਆਂ ਦਾ ਸਮਝੌਤਾ ਹੋ ਗਿਆ। ਬੀਜੇਪੀ ਲੀਡਰ ਗਲਤ ਗੱਲਾਂ ਨਾ ਕਰਨ। ਜੇ ਪੈਸਿਆਂ ਨਾਲ ਸਮਝੌਤਾ ਸਾਡਾ ਹੋਇਆ ਹੈ ਜਾਂ ਫਿਰ ਸਰਕਾਰ ਪੈਸਿਆਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਆਪਣਾ ਖਾਤਾ ਨੰਬਰ ਸਾਨੂੰ ਦੱਸ ਦੇਵੇ, ਜਿੰਨੇ ਪੈਸੇ ਆਉਣਗੇ ਸਾਰੇ ਪੈਸੇ ਵਾਪਸ ਮੋੜ ਦੇਵਾਂਗੇ। ਸਾਡਾ ਸਮਝੌਤਾ ਤਾਂ ਹੀ ਹੋਏਗਾ ਜਦੋਂ 2 ਮੰਗਾਂ ਪੂਰੀਆਂ ਹੋਣਗੀਆਂ, ਮੰਤਰੀ ਬਰਖਾਸਤ ਹੋਵੇ,
ਅਸਤੀਫਾ ਦੇਵੇ ਉਹਨੂੰ ਅਸਤੀਫਾ ਦੇਣਾ ਹੀ ਪਵੇਗਾ। ਮੁੰਡਾ ਗ੍ਰਿਫਤਾਰ ਹੋਵੇ, ਨਾਲ ਜਿਹੜੇ ਵੀ ਦੋਸ਼ੀ ਸੀ ਉਹ ਸਾਰੇ ਗ੍ਰਿਫਤਾਰ ਹੋਣ। ਕਹਿੰਦੇ ਪੁਲਿਸ ਨੇ ਸਾਥੋਂ 1 ਹਫ਼ਤੇ ਦਾ ਸਮਾਂ ਮੰਗਿਆ, ਅਸੀਂ ਸਿਰਫ ਸਮਾਂ ਦਿੱਤਾ ਹੈ। ਜਿਸ ਦਿਨ ਭੋਗ ਹੋਏਗਾ, ਅੰਤਿਮ ਅਰਦਾਸ ਹੋਏਗੀ 4 ਕਿਸਾਨਾਂ ਦੀ, ਉਸ ਦਿਨ ਅਸੀਂ ਕੋਈ ਤਿੱਖਾ ਫੈਸਲਾ ਲੈ ਸਕਦੇ ਹਾਂ। ਪੱਤਰਕਾਰਾਂ ਨੇ ਪੁੱਛਿਆ ਕਿ ਕਿੰਨਾ ਕੁ ਤਿੱਖਾ ਫੈਸਲਾ, ਕਿਹੋ ਜਿਹਾ ਫੈਸਲਾ ਹੋ ਸਕਦਾ ਹੈ। ਕਹਿੰਦੇ ਕੋਈ ਪਤਾ ਨਹੀਂ, ਫੈਸਲਾ ਕਿੰਨਾ ਵੀ ਤਿੱਖਾ ਹੋ ਸਕਦਾ ਹੈ, ਕੁਝ ਵੀ ਐਲਾਨ ਹੋ ਸਕਦਾ ਹੈ ਉਸ ਦਿਨ, ਜੇ ਉਦੋਂ ਤੱਕ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਇਹ ਵੀ ਦੱਸਿਆ ਕਿ ਜਿਹੜੇ ਸਾਰੇ ਸ਼ਹੀਦ ਹੋਣ ਵਾਲੇ ਕਿਸਾਨ ਨੇ ਉਹਨਾਂ ਦਾ ਅੰਤਿਮ ਸੰਸਕਾਰ ਇੱਕੋ ਥਾਂ ਦੇ ਉੱਤੇ ਕੀਤਾ ਜਾਏਗਾ। ਇਸ ਮੌਕੇ ਰਾਕੇਸ਼ ਟਿਕੈਤ ਗਿਣਤੀ 5 ਦੱਸ ਰਹੇ ਸੀ। ਪੱਤਰਕਾਰਾਂ ਨੇ ਪੁੱਛਿਆ ਕਿ ਕਿਸਾਨ ਤਾਂ 4 ਨੇ, ਤਾਂ ਉਹਨਾਂ ਨੇ ਕਿਹਾ ਕਿ ਰਮਨ ਕਸ਼ਯਪ ਵੀ ਕਿਸਾਨ ਹੀ ਸੀ। ਠੀਕ ਹੈ, ਉਹ ਪੱਤਰਕਾਰੀ ਕਰਦਾ ਸੀ ਪਰ ਉਹ ਕਿਸਾਨ ਸੀ, ਇਸ ਕਰਕੇ ਸਾਡੇ 5 ਕਿਸਾਨ ਨੇ ਜਿਹੜੇ ਉਹ ਜਾਨਾਂ ਗਵਾ ਗਏ ਨੇ। ਪ੍ਰੈਸ ਕਾਨਫਰੰਸ ਮੌਕੇ ਇੱਕ ਪੱਤਰਕਾਰ ਨੇ ਬੜਾ ਹੀ ਜਾਇਜ਼ ਸਵਾਲ ਰਾਕੇਸ਼ ਟਿਕੈਤ ਨੂੰ ਪੁੱਛਿਆ। ਕਹਿੰਦੇ ਘਟਨਾ ਵਾਲੀ ਥਾਂ ਨੂੰ, ਉਸ ਇਲਾਕੇ ਨੂੰ ਹਾਲੇ ਤੱਕ ਸੀਲ ਨਹੀਂ ਕੀਤਾ ਗਿਆ, ਫੋਰੈਂਸਿਕ ਟੀਮ ਉੱਥੇ ਤੱਕ ਹਾਲੇ ਤੱਕ ਨਹੀਂ ਪਹੁੰਚੀ ਅਤੇ ਨਾ ਹੀ ਕੋਈ ਸਬੂਤ ਨੇ ਜਿਹੜੇ ਉਹ ਇਕੱਠੇ ਕੀਤੇ ਗਏ ਨੇ, ਕੋਈ ਸੈਂਪਲ ਨਹੀਂ ਲਏ ਗਏ। ਇੰਨੀ ਵੱਡੀ ਲਾਪਰਵਾਹੀ ਕੀ ਮੰਨਦੇ ਹੋ ਤੁਸੀਂ? ਤਾਂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਸਰਕਾਰ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੈ, ਇਹ ਉਹੀ ਜਾਣੇ, ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਕਿਉਂਕਿ ਜਾਂਚ ਉਹਨੇ ਹੀ ਕਰਨੀ ਹੈ। ਸੋ ਬਹੁਤ ਵੱਡਾ ਸਵਾਲ ਹੈ ਜਿਹੜਾ ਇਹ ਖੜਾ ਹੁੰਦਾ ਹੈ ਕਿ ਜਿੱਥੇ ਕਿਤੇ ਇਹੋ ਜਿਹੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਉਹ ਸਾਰੇ ਏਰੀਏ ਨੂੰ ਸੀਲ ਕਰ ਦਿੰਦੀ ਹੁੰਦੀ ਹੈ, ਉੱਥੇ ਨਾਕੇਬੰਦੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਜਾਂਚ ਟੀਮਾਂ ਆਉਣ ਤੇ ਜਾਂਚ ਕਰਨ ਦੇ ਲਈ ਉੱਥੋਂ ਨਮੂਨੇ ਲੈਣ, ਸੈਂਪਲ ਲੈਣ। ਪਰ ਇਸ ਘਟਨਾ ਦੇ ਵਿੱਚ ਇੱਥੇ ਕੁਝ ਨਹੀਂ ਕੀਤਾ ਗਿਆ ਅਜਿਹਾ। ਹੋ ਸਕਦਾ ਹੈ ਕਿ ਸਬੂਤ ਮਿਟਾਉਣ ਦੀ ਉਡੀਕ ਹੈ ਜਿਹੜੀ ਉਹ ਕੀਤੀ ਜਾ ਰਹੀ ਹੋਵੇ। ਇਸ ਮੌਕੇ ਇਹ ਵੀ ਸਵਾਲ ਪੁੱਛਿਆ ਗਿਆ ਕਿਉਂਕਿ ਭਿੰਡਰਾਂ ਵਾਲਿਆਂ ਦੀ ਬੜੀ ਚਰਚਾ ਹੋ ਰਹੀ ਹੈ ਇਸ ਸਾਰੇ ਘਟਨਾਕ੍ਰਮ ਦੇ ਦਰਮਿਆਨ। ਪੱਤਰਕਾਰ ਨੇ ਸਵਾਲ ਪੁੱਛਿਆ ਕਿ ਇਲਜ਼ਾਮ ਲਾਏ ਜਾ ਰਹੇ ਨੇ ਕਿ ਭਿੰਡਰਾਂ ਵਾਲਿਆਂ ਦੇ ਜਿਹੜੇ ਸਮਰਥਕ ਹੈਗੇ ਨੇ ਉਹਨਾਂ ਨੇ ਮਾਹੌਲ ਖਰਾਬ ਕੀਤਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਸੀ, ਇੱਕ ਬੱਚੇ ਦੇ ਉਹਨਾਂ ਦੀ ਫੋਟੋ ਵਾਲੀ ਟੀ-ਸ਼ਰਟ ਪਾਈ ਹੋਈ ਸੀ ਤੇ ਉਹਦੇ ਨਾਲ ਕੋਈ ਮਾਹੌਲ ਖਰਾਬ ਨਹੀਂ ਹੁੰਦਾ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਿੱਖ ਸੰਤ ਮੰਨਦੇ ਨੇ ਤੇ ਸਰਕਾਰਾਂ ਨੇ ਜਿਹੜੀਆਂ ਉਹ ਅੱਤਵਾਦੀ ਮੰਨਦੀਆਂ ਨੇ। ਇੰਨਾ ਜਿਹੜਾ ਜਵਾਬ ਰਾਕੇਸ਼ ਟਿਕੈਤ ਨੇ ਦਿੱਤਾ ਭਿੰਡਰਾਂ ਵਾਲਿਆਂ ਦੇ ਸਵਾਲ ਤੇ। किसी बच्चे की वो शर्ट है, ठीक है जी, वो चलो टी-शर्ट, बच्चे की एक टी शर्ट है, उस टी शर्ट पे किसी का फोटो है, तो वो फोटो भिंडरा वाले का है। कुछ लोग उसको संत मानते हैं और सरकार की नजरों में उसको आतंकवादी मानते हैं। हमारा समझौता है कि उसका लड़का जो टन्नी है उसका लड़का गिरफ्तार हो और इसमें 1 हफ्ते का टाइम है, पुलिस प्रशासन ने 1 हफ्ते का टाइम मांगा है। जिस दिन यहाँ पे भोग रस्म पकड़ी होगी, जो भोग होता है वो होगा, उस दिन हम कैड़ा निर्णय यहाँ पे लेंगे। ਲਖੀਮਪੁਰ ਖੀਰੀ ਕਤਲੇਆਮ ਦੇ ਵਿੱਚ ਖੀਰੀ ਵੱਲ ਨੂੰ ਜਾਂਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਪੀੜਤਾਂ ਦੇ ਲਈ 5 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਦੋਵੇਂ ਮੁੱਖ ਮੰਤਰੀਆਂ ਨੇ ਐਲਾਨ ਕੀਤਾ ਹੈ ਕਿ ਇਸ ਕਤਲੇਆਮ ਦੇ ਵਿੱਚ ਮਾਰੇ ਗਏ 4 ਕਿਸਾਨਾਂ ਤੇ ਇੱਕ ਪੱਤਰਕਾਰ ਨੂੰ 50-50 ਲੱਖ ਰੁਪਏ ਦਿੱਤੇ ਜਾਣਗੇ ਤੇ ਕੁੱਲ ਰਾਸ਼ੀ ਦੋਵਾਂ ਸੂਬਿਆਂ ਦੇ ਵੱਲੋਂ 5 ਕਰੋੜ ਦੀ ਹੈ ਜਿਹੜੀ ਉਹ ਦਿੱਤੀ ਜਾਏਗੀ। ਇਸ ਕਤਲੇਆਮ ਤੋਂ ਬਾਅਦ ਲਗਾਤਾਰ ਅਜਿਹੇ ਵੀਡੀਓਜ਼ ਸਾਹਮਣੇ ਆ ਰਹੇ ਨੇ ਜਿਹੜੇ ਐਵੀਡੈਂਸ ਬਣਦੇ ਜਾ ਰਹੇ ਨੇ। ਕੇਂਦਰੀ ਮੰਤਰੀ ਹੈ ਜਿਹੜਾ ਆਸ਼ੀਸ਼ ਮਿਸ਼ਰਾ ਅਤੇ ਉਹਨਾਂ ਦੇ ਪੁੱਤਰ ਆਸ਼ੀਸ਼ ਦੇ ਖਿਲਾਫ ਸਬੂਤ ਨੇ ਜਿਹੜੇ ਉਹ ਜਨਤਕ ਤੌਰ ਤੇ ਇਕੱਠੇ ਹੋ ਰਹੇ ਨੇ, ਪਰ ਪੁਲਿਸ ਹਾਲੇ ਵੀ ਕਹਿ ਰਹੀ ਹੈ ਕਿ ਸਾਨੂੰ ਜਾਂਚ ਡੂੰਘਾਈ ਦੇ ਨਾਲ ਕਰਨੀ ਪਵੇਗੀ। ਸੋ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਇੱਕ ਅਜਿਹੀ ਤਸਵੀਰ ਵਾਇਰਲ ਹੋਈ ਹੈ ਜਿਹੜੀ ਸਿੱਧ ਕਰਦੀ ਹੈ ਕਿ ਘਟਨਾ ਵਾਲੀ ਥਾਂ ਦੇ ਉੱਤੇ ਆਸ਼ੀਸ਼ ਮਿਸ਼ਰਾ ਯਾਨੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਮੌਜੂਦ ਸੀ। ਇੱਕ ਦਿਨ ਪਹਿਲਾਂ ਹੀ ਮੰਤਰੀ ਨੇ ਇਹ ਬਿਆਨ ਦਿੱਤਾ ਹੈ ਕਿ ਜੇ ਮੇਰਾ ਪੁੱਤ ਘਟਨਾ ਵਾਲੀ ਥਾਂ ਤੇ ਪਾਇਆ ਗਿਆ ਤਾਂ ਮੈਂ ਅਸਤੀਫਾ ਦੇ ਦਿਆਂਗਾ, ਪਰ ਹੁਣ ਤਾਂ ਪਾਏ ਗਏ ਨੇ। ਤਸਵੀਰ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕਿ ਘਟਨਾ ਵਾਲੀ ਥਾਂ ਤੇ ਥਾਰ ਖੜੀ ਹੈ, ਉਹਦੇ ਵਿੱਚੋਂ ਨਿਕਲ ਕੇ ਆਸ਼ੀਸ਼ ਮਿਸ਼ਰਾ ਭੱਜ ਕੇ ਜਾ ਰਿਹਾ ਹੈ ਤੇ ਆਸ਼ੀਸ਼ ਮਿਸ਼ਰਾ ਜਿਹੜਾ ਹੈਗਾ ਪ੍ਰੋਗਰਾਮ ਵਾਲੀ ਥਾਂ ਤੇ ਵੀ ਮੌਜੂਦ ਹੈ। ਉਹੀ ਆਸ਼ੀਸ਼ ਮਿਸ਼ਰਾ ਜਿਹੜਾ ਕਿ ਕੇਂਦਰੀ ਮੰਤਰੀ ਦਾ ਪੁੱਤਰ ਹੈ। ਇੱਕੋ ਜਿਹੇ ਕੱਪੜੇ ਪਾਏ ਹੋਏ ਨੇ, ਥਾਰ ਹੈ ਜਿਹੜੀ ਉਹ ਵੀ ਮੰਤਰੀ ਦੇ ਨਾਮ ਤੇ ਹੈ ਤੇ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਆਸ਼ੀਸ਼ ਮਿਸ਼ਰਾ ਉੱਥੇ ਮੌਜੂਦ ਨਹੀਂ ਸੀ? ਇੱਕ ਵੱਡਾ ਸਬੂਤ ਹੈ ਜਿਹੜਾ ਉਹ ਦਿਖ ਰਿਹਾ ਹੈ। ਵੀਡੀਓ ਹੈ ਜਿਹੜੀ ਉਹ ਚੀਖ ਕੇ ਬੋਲ ਰਹੀ ਹੈ ਕਿ ਜਿਹੜੀ ਇਹ ਥਾਰ ਹੈ ਮੰਤਰੀ ਦੀ ਹੈ, ਮੁੰਡਾ ਵੀ ਮੰਤਰੀ ਦਾ ਹੈ ਤੇ ਇਸੇ ਥਾਰ ਨੇ ਕਿਸਾਨਾਂ ਨੂੰ ਦਰੜਿਆ ਸੀ। ਇਸੇ ਦਰਮਿਆਨ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਜਿਹੜਾ ਮੁੰਡਾ ਹੈ, ਇੱਕ ਨੌਜਵਾਨ ਹੈ, ਉਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਵੀਡੀਓ ਸਾਬਿਤ ਕਰਦੀ ਹੈ ਕਿ ਲਖੀਮਪੁਰ ਦੇ ਵਿੱਚ ਕਿਸਾਨਾਂ ਤੇ ਗੱਡੀ ਚੜਾਉਣ ਵਾਲੀ ਥਾਰ ਦੇ ਵਿੱਚ ਆਸ਼ੀਸ਼ ਮਿਸ਼ਰਾ ਮੌਜੂਦ ਸੀ। ਉਸ ਦੇ ਨਾਲ ਸਫ਼ਰ ਕਰ ਰਹੇ ਇੱਕ ਨੌਜਵਾਨ ਨੇ ਇਹ ਖੁਲਾਸਾ ਕੀਤਾ ਹੈ।
ਪੁਲਿਸ ਵਾਲੇ ਉਸ ਤੋਂ ਪੁੱਛਗਿੱਛ ਕਰਦੇ ਦਿਸ ਰਹੇ ਨੇ ਤੇ ਲੜਕਾ ਸਵਾਲਾਂ ਦੇ ਜਵਾਬ ਦਿੰਦਿਆਂ ਕਹਿ ਰਿਹਾ है कि थार में तो भैया थे, थार ने बंदे कुचल दिए, पीछे काले रंग की फॉर्च्यूनर थी। यानी कि भैया आशीष मिश्रा ही सन। साफ तौर पर उन्हें सारा कुछ दस्या है, पर पुलिस ने यह बयान कदों लिया है, कित्थे लिया है, इस बारे असीं कुछ भी पुख्ता नहीं कह सकते। पर इसे घटना दे नाल जिहड़ा यह जुड़िया होया वीडियो है। सो इस कतलेआम दे विच पंजाब ते छत्तीसगढ़ दीआं सरकारां ने तां भावें मुआवजे दा ऐलान कर दिता है, यूपी दे प्रशासन ने भी ऐलान कर दिता है, पर यूपी दी सरकार जां फिर यूपी दे मुख मंत्री योगी आदित्यनाथ कोल इन्ना समा नहीं है कि 1 मिनट कढ के जां 1 घंटा कढ के घटना वाली थां दा दौरा ही कर लैण जां फिर पीड़ित परिवारां दे घरे अफसोस करनी जाए। हुण मुआवजा ऐलान करना तां दूर दी गल है। इस दरम्यान यूपी सरकार के एक कैबिनेट मंत्री सिद्धार्थ सिंह ने इन्ना जरूर कहा कि जो भी इस मामले में दोषी पाया जाएगा, चाहे वह राजा होवे जां फिर रंक, उसके खिलाफ कानून मुताबिक कार्रवाई की जाएगी। पर उड़ीक कर रहे ने लोग कि कार्रवाई होवेगी कदों, क्योंकि सबूत धड़ाधड़ सामने आ रहे ने, गिरफ्तारी हो नहीं पा रही। पता नहीं सरकार जां पुलिस इन्हां नूं गिरफ्तार करना नहीं चाहती जां फिर किसी इहो जी जगह ते जाके लुक गए ने जिथों पुलिस नूं लभना मुश्किल है। पर सच्चाई यह है कि जे किसी नूं लभना होवे तां पुलिस पताल दे विचों भी लभ के लिया सकदी है, पर आम लोगों के लिए पुलिस इन्नी जिहड़ी मुशक्कत है वो नहीं करती। यूपी दे विच तां बिल्कुल नहीं करती दिखाई दे रही। भारत दे विच पत्रकारां दी सब तो वड्डी जथेबंदी एडिटर्स गिल्ड ने भी अपना बयान जारी किया है। उन्होंने कहा कि ये घटना हैगी है जिहड़ी ये कतलेआम हैगा वो एक अतवादी हमला सी किसानां दे उत्ते। नाल ही उन्होंने मंग की है कि मारे गए पत्रकार दे मामले की जांच है जिहड़ी वो कोर्ट की निगरानी दे विच होनी चाहिदी है। एडिटर गिल्ड दे पत्रकारां ने कहा कि कश्यप की मौत नूं लैके कई तत्थ सामने आ रहे हैं। असीं बड़े ही शौक दे विच हां कि अजिहा होया है। कहंदे इन्हां दे विच एक तत्थ यह है कि कश्यप की मौत गोली लगन कारण हुई है। एक गल साफ है कि कश्यप उस दिन प्रदर्शन की कवरेज लई उत्थे मौजूद सन जदों मंत्री के काफले दीआं गड्डियां ने उन्हां नूं दरड़ दिता ते उन्हां लोकां दे विच कश्यप भी मौजूद सन। इस विच कुछ किसान ते होर लोग मारे गए। इहदी एक निरपक्ष जांच होनी चाहिदी है। फुटेज रिकवर करन दी भी कोशिश की जाए ताकि पता लग सके कि रमन कश्यप पत्रकार की मौत किवें हुई। पर जिन्नियां भी वीडियोज़ वायरल हो रही ने वो शायद पुलिस नूं जां तां समझ नहीं आ रही, जां पुलिस देख नहीं रही, अखां बंद करके बैठी है, जां फिर पुलिस नूं अखां बंद करन दे लई कहा गया है। एडीजी लखनऊ जोन उन्होंने कहा कि असीं सिर्फ कुछ सेकंडां दी वीडियो देख के नतीजे ते नहीं पहुंच सकते। पर लोग लगातार सवाल पूछ रहे ने कि इन्ना वड्डा एविडेंस जिहदे विच साफ तौर ते दिख रहा है कि एक थार लोकां नूं दरड़ जांदी है, किसानां नूं दरड़ जांदी है, उस तो वड्डा एविडेंस तुहानूं चाहिदा की है। इस कतलेआम दौरान देश के गृह मंत्री उसे मंत्री केंद्रीय गृह राज मंत्री अजय मिश्रा दे नाल मुलाकात करते हैं, जिसका पुत्र इस कतलेआम दे विच मुलजम जिहड़ा हैगा वो है, क्योंकि उसके खिलाफ हुण FIR भी दर्ज हो चुकी है, उसके खिलाफ कतल का परचा भी पाया जा चुकिया है। तो उस आशीष दे पुत्र ही देश के गृह मंत्री दे नाल मुलाकात करते हैं। तो फिर कांग्रेस की सवाल पूछती है वो तुहानूं दसदे हां, क्योंकि इस मुलाकात के उत्ते चर्चा होनी तो लाजमी है ही कि अजय मिश्रा की जिहड़ी मुलाकात है वह अमित शाह दे नाल क्यों हो रही है। कि सरकार दसाउणा चाहुंदी है कि असीं अमित शाह दे नाल हां, कि पीड़ितां दे जख्मां ते लूण भुक्किया जा रहा है, कि सरकार जो किसी बंदे दे नाल खड़ी है तो तुसीं उसका वाल भी विंगा नहीं कर सकते। इस तरह के संकेत जिहड़े ने वो देण दी कोशिश हो सकता है कीती गई होवे। ते इस हंगामे दे विच दोवां दी जिहड़ी मुलाकात की चर्चा इस करके हो रही है क्योंकि आशीष मिश्रा दे प्यो अजय मिश्रा की पूरी शमूलियत लखीमपुर कतलेआम दे विच दिखाई दिंदी है। इस मुलाकात तो बाद कांग्रेस ने ट्वीट करके पूछा है कि गृह मंत्री अमित शाह की केंद्रीय गृह राज मंत्री का अस्तीफा मंगणगे, जे नहीं तो क्यों? कि अमित शाह अजय मिश्रा नूं अपने पुत्र नूं पुलिस के सामने पेश होने लई कहणगे, जे नहीं तो क्यों? सो इस सवाल पूछा गया जिसका जवाब शायद एक दूजे नूं पार्टियां नहीं दिंदियां, खास करके सत्ता धिर है जिहड़ी ओह सवालों के जवाब देण तो हमेशा भजदी है। उधर यूपी सरकार ने वख-वख पार्टियां दे वल्लों कीती जा रही किरकिरी दे दरमियान सारियां पार्टियां दे लई यूपी दे दरवाजे हुण खोल दित्ते ने। पीड़तां नूं मिलण दी बाशर्त इजाजत है जिहड़ी ओह दे दित्ती है। हालांकि इन्ना जरूर कहा गया है कि 144 धारा लगी हुई है, इस करके 5 जणिਆਂ तो वध इजाजत नहीं दित्ती जा सकदी, पर इजाजत देण दा ऐलान
ਐਲਾਨ ਹੈ ਜਿਹੜਾ ਉਹ ਜ਼ਰੂਰ ਕਰ ਦਿੱਤਾ ਗਿਆ ਹੈ। ਪ੍ਰਸ਼ਾਂਤ ਕੁਮਾਰ ਨੇ ਜਿਹੜੇ ਵਧੀਕ ਡਾਇਰੈਕਟਰ ਜਨਰਲ ਕਾਨੂੰਨ ਤੇ ਵਿਵਸਥਾ ਉਹਨਾਂ ਨੇ ਦੱਸਿਆ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਂਤੀ ਬਰਕਰਾਰ ਰੱਖਣ ਦੇ ਮੱਦੇਨਜ਼ਰ ਲੋਕਾਂ ਦੀ ਆਵਾਜਾਈ ਤੇ ਪਾਬੰਦੀਆਂ ਲਾਈਆਂ ਸੀ, ਪਰ ਹੁਣ ਉੱਥੇ 5 ਲੋਕਾਂ ਦੇ ਗਰੁੱਪ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਜੋ ਵੀ ਜਾਣਾ ਚਾਹੁੰਦਾ ਹੈ ਉੱਥੇ ਜਾ ਸਕਦਾ ਹੈ। यूपी सरकार वालों सारियां पार्टियां नूं लखीमपुर खीरी जाण दी इजाजत दिते जाण तो बाद कांग्रेस के साबका कौमी प्रधान राहुल गांधी, पंजाब के मुख मंत्री चरणजीत सिंह चन्नी अते छत्तीसगढ़ के मुख मंत्री भूपेश बघेल ने जिहड़े लखीमपुर खीरी नूं रवाना होए। ਅਤੇ इस मौके जो लखनऊ एयरपोर्ट पहुंचे तो पुलिस ने उन्होंने कहा राहुल गांधी नूं कि पुलिस की गड्डी दे विच सानूं उत्थे छड्डिया जाएगा। राहुल गांधी ने ट्विटर के जरिए इसकी जानकारी दी कि असीं अपनी कार विच जाना चाहुंदे हां, पर वो सानूं अपनी गड्डी विच लिजाना चाहुंदे ने। इसका की मतलब बनता है? ਜਦੋਂ फिर उन्होंने कार राही बाहर जाने की इजाजत ना दी गई तो एयरपोर्ट ते ही राहुल गांधी अपने साथियों समेत धरना ला के बह गए सी, पर बाद विचों उन्होंने जाण की इजाजत है जिहड़ी ओह दे दित्ती गई सी। सीतापुर दे विच प्रियंका गांधी नूं हिरासत दे विच लिया गया। उत्थों उन्होंने प्रियंका गांधी नूं भी नाल लैके लखीमपुर खीरी जाण दा प्लान बनाया। इस तो पहले जदों इजाजत ना दिते जाण दा ऐलान किया गया सी, राहुल गांधी ने दिल्ली दे विच प्रैस कॉन्फ्रेंस करके कहा कि मैं लखीमपुर खीरी हर हालत दे विच जावांगा। सरकार ने दफा 144 ला के 5 बंदियां दे जाण उत्ते रोक लाई है, तां असीं 3 जणे ही जावांगे। राहुल गांधी ने कहा कि 2 मुख मंत्रियों दे नाल असीं उत्थों दे हालात देखण लई जाना है, पर सरकार सानूं रोक रही है। आखिरकार ऐसा की है उत्थे जिहड़ा सरकार साडे ते रोकां ला रही है? राहुल ने कहा कि कदे भारत विच जमहूरीयत हुंदी सी, पर हुण तानाशाही है। उन्होंने भी दोष लाया कि उत्तर प्रदेश दे विच अपराधियों नूं आज़ाद घुम्मण दी पूरी आज़ादी है, जबकि पीड़तां नूं जेल विच डक दित्ता जांदा है। हाँ कहते प्रियंका नूं हिरासत विच लिया गया, पर किसानां दे नाल जुड़े मुद्दे दे विच लिया गया है। प्रधानमंत्री लखनऊ तो गए, पर लखीमपुर खीरी क्यों नहीं गए? एक किसानां ते साजिश दे नाल कीता गया हमला है। इस मौके उन्होंने प्रधानमंत्री नरेंद्र मोदी की चुप्पी ते भी सवाल किए कि वह लखीमपुर खीरी क्यों नहीं गए तो वह हाले तक बोले क्यों नहीं। राहुल ने मीडिया नूं भी कहा कि सवाल पूछना तुहाडा काम है, पर तुसीं सवाल ही नहीं पूछ रहे। ਜਦੋਂ बतौर विरोधी धिर ਅਸੀਂ ਇਹ ਕੰਮ ਕਰਦੇ ਹਾਂ ਤਾਂ ਤੁਸੀਂ ਉਲਟਾ ਸਾਡੇ ਉੱਤੇ ਹੀ ਸਿਆਸਤ ਕਰਨ ਦੇ ਇਲਜ਼ਾਮ ਨੇ ਜਿਹੜੇ ਉਹ ਲਗਾ ਦਿੰਦੇ ਹੋ। ਤੁਸੀਂ ਹਕੂਮਤ ਤੋਂ ਸਵਾਲ ਨਹੀਂ ਪੁੱਛਦੇ। एक तो किसानों को जीप के नीचे कुचला जा रहा है, उनका मर्डर किया जा रहा है। बीजेपी के होम मिनिस्टर की बात हो रही है, उनके पुत्र की बात हो रही है, उन पे कोई एक्शन नहीं लिया जा रहा है। प्रधानमंत्री जी लखनऊ में थे, मगर प्रधानमंत्री जी लखीमपुर खीरी नहीं जा पाए। पोस्टमार्टम ठीक से नहीं किया जा रहा है और सिस्टमैटिकली जो भी कुछ कहे उसको बंद किया जा रहा है। सो बुधवार नूं लगातार तीसरे दिन जो घटना वापरी है, बुधवार नूं उसका चौथा दिन हो गया ते चौथे दिन तक भी प्रधानमंत्री नरेंद्र मोदी दा ट्विटर, उन्हां दा फेसबुक, उन्हां दा हर मीडिया प्लेटफार्म है जिहड़ा बिल्कुल खाली है। किसानां दा जिक्र नहीं है, उन्हां किसानां दा जिन्हां नूं लखीमपुर खीरी दे विच कतल कर दिता गया है। ते राहुल गांधी दी प्रेस कॉन्फ्रेंस तो बाद बीजेपी दे बुलारे संबित पात्रा ने भी प्रेस कॉन्फ्रेंस कीती अते कहा कि किसी भी कीमत ते लोकां नूं कांग्रेस भड़काउण दा काम ना करे। पर राहुल गांधी ये कोशिश लगातार कर रहे ने किसानां ते लोकां नूं किसी ना किसी तरह भड़काया जावे। उन्हां दी मनशा सिर्फ यही है। पोस्टमार्टम ठीक ना होण दे चुके सवाल ते संबित पात्रा ने कहा कि की राहुल गांधी पोस्टमार्टम दे माहिर ने? राहुल गांधी की प्रेस कॉन्फ्रेंस तो कहते साफ हुंदा है कि कोई ना कोई माहौल वो बनाना चाहते हैं, यानी कि कोई खराब माहौल। गांधी परिवार की सिर्फ अपने परिवार दे नाल ही लैण देण है, इन्हां दा किसानां जां किसी होर लोकां दे नाल कोई लैण देण नहीं है। अपने परिवार की डुब रही बेड़ी नूं किवें बचाईए, बस यही सोचते रहंदे ने। लखीमपुर नूं भी राहुल गांधी एक मौका समझ रहे ने। इस घटना का सियासी लाहा लिया जा रहा है, यह कहा संबित पात्रा ने। दिल्ली के मुख्यमंत्री अरविंद केजरीवाल ने भी प्रेस कॉन्फ्रेंस करके कहा कि सारे सबूत सामने आने तो बाद भी कातलों ते कोई कार्रवाई नहीं हो रही, ना ही उन्होंने गिरफ्तार किया जा रहा है। जबकि वायरल वीडियोज़ ते तस्वीरों दे विच साफ दिखाई दे रहा है कि एक गड्डी दरड़दे हुए किसानां नूं अगे चली जाती है ते सबूत मंगे जा रहे हैं। कादे सबूत मंगे जा रहे हैं, जो कि वीडियो दे विच एविडेंस चीख चला के कह रहा है कि किसानां दा कतलेआम होया। उन्होंने कहा कि पूरी सरकार दोषियों नूं बचाउण विच लगी हुई है। केजरीवाल ने कहा कि उस गड्डी ने साडे देश दे सारे गरीबां ते किसानां नूं दरड़ दिता है। इस गड्डी ने सारे लोकतंत्र नूं दरड़ के रख दिता है।
ਉਹਨਾਂ ਪੀਐਮ ਮੋਦੀ ਨੂੰ ਸਵਾਲ ਪੁੱਛਿਆ ਕਿ ਅਜਿਹਾ ਕੀ ਲੁਕੋ ਕੇ ਰੱਖਿਆ ਹੈ ਯੂਪੀ ਦੇ ਵਿੱਚ ਕਿ ਕਿਸੇ ਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਉਸ ਤੋਂ ਪਹਿਲਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਜਦੋਂ ਯੂਪੀ ਦੇ ਵਿੱਚ ਜਾਣ ਦੀ ਇਜਾਜ਼ਤ ਸਰਕਾਰ ਨੇ ਦੇ ਦਿੱਤੀ ਸੀ। ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਇੰਨੀ ਨਫ਼ਰਤ ਕਿਉਂ ਹੈ। ਮੰਤਰੀ ਕਹਿ ਰਹੇ ਸੀ ਕਿ ਉਸ ਦਾ ਲੜਕਾ ਉੱਥੇ ਨਹੀਂ ਹੈ, ਅਗਲੇ ਹਫ਼ਤੇ ਕਹਿਣਗੇ ਗੱਡੀ ਉੱਥੇ ਨਹੀਂ ਸੀ, ਫਿਰ ਅਗਲੇ ਹਫ਼ਤੇ ਕਹਿਣਗੇ ਇਹ ਕਿਸਾਨ ਹੀ ਉੱਥੇ ਨਹੀਂ ਸੀ। ਕੇਜਰੀਵਾਲ ਨੇ ਕਿਹਾ ਦੋਸ਼ੀ ਕੋਈ ਵੀ ਹੋਵੇ ਸਜ਼ਾ ਮਿਲਣੀ ਚਾਹੀਦੀ ਹੈ। अभी तक हत्यारों को गिरफ्तार क्यों नहीं किया गया? आखिर क्या मजबूरी है? उन्हें क्यों बचाया जा रहा है? हत्यारों ने दिन दहाड़े इतनी भीड़ के सामने किसानों को अपनी गाड़ी से कुचल दिया और फिर भी अभी तक हत्यारों की गिरफ्तारी नहीं हुई है। उन्हें क्यों बचाया जा रहा है? सरेआम इतनी भीड़ के सामने कोई इतने लोगों को रौंदते हुए निकल जाए और पूरा सिस्टम उस हत्यारे के सामने नतमस्तक होके घुटने टेक के उसे बचाने में लग जाए, ऐसा तो हिंदी फिल्मों में देखा करते थे। प्रधानमंत्री जी, आज हर देशवासी टीवी और सोशल मीडिया पे देख रहा है कि एक गाड़ी आई और किसानों को रौंद के चली गई। ਪੰਜਾਬ ਦੇ ਮੁੱਖ ਮੰਤਰੀ ਸਮੇਤ ਰਾਹੁਲ ਗਾਂਧੀ ਹੁਣਾਂ ਨੂੰ ਜਦੋਂ 에ਅਰਪੋਰਟ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਨੂੰ ਇੱਕ ਆਪਣਾ ਬਿਆਨ ਦਿੱਤਾ ਸੀ, ਕਿਹਾ ਕਿ ਜੇਕਰ ਲਖੀਮਪੁਰ ਰੋਕਿਆ ਜਾਂਦਾ ਹੈ ਤਾਂ ਅਸੀਂ ਉੱਥੇ ਜਾ ਕੇ ਦੇਖਾਂਗੇ ਹੁੰਦਾ ਕੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਸਾਡੀ ਡਿਊਟੀ ਹੈ, ਅਸੀਂ ਕਿਸਾਨਾਂ ਨਾਲ ਖੜੀਏ। ਇਸ ਵਕਤ ਕਿਸਾਨੀ ਸੰਕਟ ਦੇ ਵਿੱਚ ਹੈ ਤੇ ਅਸੀਂ ਘਰੇ ਨਹੀਂ ਬੈਠਾਂਗੇ। ਇਸ ਮੌਕੇ ਉਹਨਾਂ ਨੇ ਪ੍ਰਿਯੰਕਾ ਗਾਂਧੀ ਬਾਰੇ ਵੀ ਵੱਡਾ ਬਿਆਨ ਦਿੱਤਾ। ਮੁੱਖ ਮੰਤਰੀ ਚੰਨੀ ਨੂੰ ਪ੍ਰਿਯੰਕਾ ਗਾਂਧੀ ਜਾਂ ਫਿਰ ਗਾਂਧੀ ਪਰਿਵਾਰ ਹੈ ਜਿਹੜਾ ਉਹ ਸ਼ਹੀਦਾਂ ਦਾ ਪਰਿਵਾਰ ਲੱਗਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਸ਼ਹੀਦਾਂ ਦੇ ਖੂਨ ਨਾਲ ਪੈਦਾ ਹੋਈ ਹੈ, ਉਹ ਪਿੱਛੇ ਨਹੀਂ ਹਟੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਨਾਲ ਭਾਵੇਂ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਹੋਣ, ਪਰ ਉਹਨਾਂ ਨੇ ਆਪਣੇ ਆਕਾ ਦੀ ਖੁਸ਼ਾਮਦੀਦ ਦੇ ਵਿੱਚ ਇਹ ਬਿਆਨ ਜ਼ਰੂਰ ਦਿੱਤਾ ਹੈ ਔਰ बड़ा डट के देता है। हमारी ड्यूटी बनती है कि हम अपने किसानों के साथ खड़े। कांग्रेस हमेशा किसानों के साथ खड़ी है, तो आज किसानी संकट में है, किसान संकट में है, तो हम घर थोड़े बैठे रहेंगे, हम उनके साथ जाएंगे, वहाँ उनके साथ खड़ेंगे। गांधी शहीदों का खून है, शहीदों से खून से पैदा हुई है, उनके परिवार में शहीदियां हुई है, वो पीछे हट ही नहीं सकती। उधर प्रियंका गांधी वाड्रा ਦੇ ਪਤੀ ਰਾਬਰਟ ਵਾਡਰਾ ਨੇ ਆਪਣਾ ਰੋਣਾ ਰੋਇਆ, ਕਿਹਾ ਕਿ ਮੈਨੂੰ ਮੇਰੀ ਪਤਨੀ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਮੈਨੂੰ ਆਪਣੀ ਪਤਨੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਜਾਣ ਦੇ ਲਈ ਲਖਨਊ ਜਾਣ ਤੇ ਰੋਕ ਦਿੱਤਾ ਗਿਆ ਹੈ। ਫੇਸਬੁੱਕ ਪੋਸਟ ਦੇ ਵਿੱਚ ਵਾਡਰਾ ਨੇ ਕਿਹਾ ਕਿ ਮੇਰੀ ਪਤਨੀ ਨੂੰ ਗ੍ਰਿਫਤਾਰ ਕਰਨ ਦੇ ਢੰਗ ਤੋਂ ਮੈਂ ਹੈਰਾਨ ਹਾਂ। ਇਹ ਸਭ ਨੂੰ ਪਤਾ ਹੈ ਕਿ ਮੇਰੀ ਪਤਨੀ ਦੀ ਗ੍ਰਿਫਤਾਰੀ ਬਿਲਕੁਲ ਹੀ ਨਾਜਾਇਜ਼ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਹਿਰਾਸਤ ਵਿੱਚ ਰੱਖਣ ਕਾਰਨ ਯੂਪੀ ਪੁਲਿਸ ਤੇ ਹਮਲਾ ਕਰਦਿਆਂ ਕਿਹਾ ਕਿ ਪੁਲਿਸ ਸੰਵਿਧਾਨ ਦੀ ਭਾਵਨਾ ਦੀ ਉਲੰਘਣਾ ਕਰ ਰਹੀ ਹੈ। ਸਿੱਧੂ ਨੇ ਹਾਲ ਹੀ ਵਿੱਚ ਪੰਜਾਬ ਯੂਨਿਟ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਪਾਰਟੀ ਨੇ ਹਾਲੇ ਤੱਕ ਸਵੀਕਾਰ ਨਹੀਂ ਕੀਤਾ ਹੈ, ਪਰ ਸਿੱਧੂ ਲਗਾਤਾਰ ਆਪਣੀ ਪਾਰਟੀ ਦੇ ਹੱਕ ਵਿੱਚ ਇਸ ਵਕਤ ਭੁਗਤ ਰਹੇ ਨੇ। ਉਹਨਾਂ ਕਿਹਾ ਕਿ 54 ਘੰਟੇ ਹੋ ਗਏ ਨੇ ਪ੍ਰਿਯੰਕਾ ਗਾਂਧੀ ਜੀ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। 24 ਘੰਟਿਆਂ ਤੋਂ ਵੱਧ ਗੈਰ ਕਾਨੂੰਨੀ ਨਜ਼ਰਬੰਦੀ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ, ਸਪਸ਼ਟ ਉਲੰਘਣਾ ਹੈ। ਬੀਜੇਪੀ ਅਤੇ ਉੱਤਰ ਪ੍ਰਦੇਸ਼ ਪੁਲਿਸ ਤੁਸੀਂ ਸੰਵਿਧਾਨ ਦੀ ਭਾਵਨਾ ਦੀ ਉਲੰਘਣਾ ਕਰ ਰਹੇ ਹੋ, ਇਹ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਨੇ। ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਐਲਾਨ ਕੀਤਾ ਕਿ 7 ਅਕਤੂਬਰ ਨੂੰ ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਲੈ ਕੇ ਲਖੀਮਪੁਰ ਖੀਰੀ ਤੱਕ ਕਾਂਗਰਸ ਦੇ ਵੱਲੋਂ ਮਾਰਚ ਕੱਢਿਆ ਜਾਵੇਗਾ। ਇਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰਨਗੇ ਤੇ ਇਸ ਮਾਰਚ ਦੀ ਜਿਹੜੀ ਰਵਾਨਗੀ ਹੈਗੀ ਹੈ ਉਹ 12 ਵਜੇ ਹੋਵੇਗੀ। ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੇ ਮੰਤਰੀ, ਵਰਕਰ ਤੇ ਲੀਡਰ ਨੇ ਜਿਹੜੇ ਕਾਂਗਰਸ ਦੇ, ਉਹ ਲਖੀਮਪੁਰ ਖੀਰੀ ਨੂੰ ਰਵਾਨਾ ਹੋਣਗੇ। ਮੰਗ ਇਹੀ ਹੈ ਕਿ ਗ੍ਰਿਫਤਾਰ ਕੀਤਾ ਜਾਵੇ ਦੋਸ਼ੀਆਂ ਨੂੰ ਅਤੇ ਪ੍ਰਿਯੰਕਾ ਗਾਂਧੀ ਨੂੰ ਰਿਹਾ ਕੀਤਾ ਜਾਵੇ। ਇਹ ਮੰਗ ਹੈ ਜਿਹੜੀ ਉਹ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਰੱਖੀ ਜਾ ਰਹੀ ਸੀ। ਆਮ ਆਦਮੀ ਪਾਰਟੀ ਵੀ ਇਸ ਮੁੱਦੇ ਦਾ ਕਾਫੀ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਜਿਵੇਂ ਕਾਂਗਰਸ ਤੇ ਹੋਰ ਪਾਰਟੀਆਂ ਕਰ ਰਹੀਆਂ ਨੇ। ਪੂਰਾ ਜਿਹੜਾ ਇਸ ਮੁੱਦੇ ਦੇ ਉੱਤੇ ਸਿਆਸਤ ਹੈ ਜਿਹੜੀ ਉਹ ਚੱਲ ਰਹੀ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਕਤਲੇਆਮ ਦੇ ਵਿਰੁੱਧ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਜਾਂਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਤੇ ਪੁਲਿਸ ਨੇ ਪਾਣੀ ਦੀਆਂ ਜ਼ਬਰਦਸਤ ਬੁਛਾੜਾਂ ਮਾਰੀਆਂ। ਅੱਧਾ ਦਰਜਨ ਦੇ ਕਰੀਬ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਸੱਟਾਂ ਵੀ ਲੱਗ ਗਈਆਂ। ਕੁਝ ਪਾਰਟੀ ਵਰਕਰ ਰਾਜ ਭਵਨ ਮੂਹਰੇ ਪਹੁੰਚ ਗਏ। ਪੁਲਿਸ ਨੇ ਰਾਜ ਭਵਨ ਮੂਹਰੇ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਤੇ ਵਿਧਾਇਕ ਅਮਨ ਅਰੋੜਾ ਸਮੇਤ ਵੱਡੇ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਲਖੀਮਪੁਰ
ਲਖੀਮਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਦੇ ਵਿੱਚੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਨੇ ਐਮਐਲਏ ਹੋਸਟਲ ਦੇ ਬਾਹਰ ਹੀ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਰਾਜ ਭਵਨ ਵੱਲ ਕੂਚ ਕੀਤਾ, ਜਿਨ੍ਹਾਂ ਨੂੰ ਪੁਲਿਸ ਨੇ ਐਮਐਲਏ ਹੋਸਟਲ ਦੇ ਗੇਟ ਤੇ ਰੋਕ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਏ ਦੀ ਨਿੰਦਿਆ ਕੀਤੀ, ਕਿਹਾ ਕਿ ਸਰਕਾਰ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਦੀ ਮੋਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰ ਲਈਏ ਤਾਂ ਇਸ ਕਤਲੇਆਮ ਦੇ ਵਿੱਚ ਰਾਕੇਸ਼ ਟਕੈਤ ਤਾਂ ਲਗਾਤਾਰ ਲਖੀਮਪੁਰ ਖੀਰੀ ਵਿੱਚ ਦਿਖ ਰਹੇ ਨੇ। ਗੁਰਨਾਮ ਸਿੰਘ ਚੜੂਨੀ ਨੂੰ ਜਾਣ ਨਹੀਂ ਦਿੱਤਾ ਗਿਆ, ਪਰ ਬਾਕੀ ਸਾਰੇ ਲੀਡਰ ਕਿੱਥੇ ਨੇ ਇਹ ਸਾਰੇ ਸਵਾਲ ਨੇ ਜਿਹੜੇ ਉਹ ਆਮ ਲੋਕਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ। ਇਸ ਦਰਮਿਆਨ ਕਿਸਾਨ ਮੋਰਚੇ ਦਾ ਬਿਆਨ ਵੀ ਆਉਂਦਾ ਹੈ, ਕਹਿੰਦੇ ਨੇ ਕਿ ਕੇਂਦਰੀ ਰਾਜ ਮੰਤਰੀ ਨੇ ਬਤੌਰ ਮੰਤਰੀ ਅਹੁਦੇ ਤੇ ਰਹਿ ਕੇ ਆਪਣੀ ਬੇਸ਼ਰਮੀ ਨੂੰ ਐਕਸਪੋਜ਼ ਕਰ ਦਿੱਤਾ ਹੈ, ਉਸ ਦਾ ਪ੍ਰਗਟਾਵਾ ਕਰ ਦਿੱਤਾ ਹੈ। ਉਸਦੇ ਪੁੱਤਰ ਨੂੰ ਯੂਪੀ ਪੁਲਿਸ ਨੇ ਗ੍ਰਿਫਤਾਰ ਤੱਕ ਨਹੀਂ ਕੀਤਾ। ਮੋਦੀ ਸਰਕਾਰ ਦੇ ਅਸਲੀ ਰੰਗ ਫਿਰ ਤੋਂ ਸਾਹਮਣੇ ਆ ਰਹੇ ਨੇ ਤੇ ਹੁਣ ਸਮਾਂ ਆ ਗਿਆ ਕਿ ਆਮ ਨਾਗਰਿਕਾਂ ਦੇ ਵਿਰੁੱਧ ਕਾਤਲਾਨਾ ਇਰਾਦੇ ਵਾਲੇ ਅਪਰਾਧੀ ਤੱਤਾਂ ਨੂੰ ਸਰਕਾਰ ਤੋਂ ਹਟਾ ਦਿੱਤਾ ਜਾਵੇ, ਇਹ ਕਿਹਾ ਸੰਯੁਕਤ ਕਿਸਾਨ ਮੋਰਚੇ ਨੇ। ਤੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਲਖੀਮਪੁਰ ਖੇੜੀ ਕਿਸਾਨ ਕਤਲੇਆਮ ਦੇ ਵਿੱਚ ਨਿਆਂ ਦੇ ਸੰਘਰਸ਼ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ, ਪਰ ਉਸ ਸੰਘਰਸ਼ ਦੇ ਵਿੱਚ ਕੋਈ ਵੀ ਲੀਡਰ ਹੈ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ 550 ਤੋਂ ਵੱਧ ਲੀਡਰ ਨੇ ਪੂਰੇ ਦੇਸ਼ 'ਚੋਂ, ਪਰ ਕੋਈ ਵੀ ਦਿਖਾਈ ਨਹੀਂ ਦੇ ਰਿਹਾ। ਲਖੀਮਪੁਰ ਖੀਰੀ ਦੇ ਵਿੱਚ ਅਜਿਹਾ ਕਿਉਂ? ਲੋਕਾਂ ਦੇ ਮਨ 'ਚ ਸਵਾਲ ਬੜਾ ਖਟਕ ਰਿਹਾ ਹੈ, ਕਿਉਂਕਿ ਘਟਨਾ ਬਹੁਤ ਵੱਡੀ ਵਾਪਰੀ ਹੈ, ਕਤਲੇਆਮ ਬਹੁਤ ਵੱਡਾ ਹੈ। ਹੁਣ ਤੱਕ ਦੇ ਕਿਸਾਨ ਸੰਘਰਸ਼ ਦੇ ਵਿੱਚ ਜਦੋਂ ਦਾ ਚੱਲਿਆ ਤਾਂ ਅਜਿਹੀ ਘਟਨਾ ਪਹਿਲੀ ਵਾਰੀ ਵਾਪਰੀ ਹੈ ਜਿਸ ਨੇ ਲੋਕਾਂ ਦੇ ਦਿਲ ਕੰਬਾ ਕੇ ਰੱਖ ਦਿੱਤੇ ਨੇ। ਪਰ ਕਿਸਾਨ ਲੀਡਰ ਥੋੜੇ ਸ਼ਾਂਤ ਕਿਉਂ ਦਿਖਾਈ ਦੇ ਰਹੇ ਨੇ, ਇਸ ਦੀ ਸਮਝ नहीं पै रही। श्री रामनाथ कोविंद से मांग करते हैं तुरंत प्रभाव से उसको बर्खास्त किया जाए। ऐसे व्यक्ति को ऐसे संवैधानिक पद पे, गृह राज्य मंत्री पद पे रहने का कोई हक नहीं है और हमारे को उग्रवादी, आतंकवादी, माओवादी करार दिया जाता है। इस सरकार को हम मुंह तोड़ जवाब देंगे, हम पीछे हटने वाले नहीं है, चाहे हमारे को 2024 तक बैठना पड़े। पीछे नहीं हटेंगे, लेकिन शांतमय तरीके से लोकतंत्र में विश्वास करते हुए, संविधान के दायरे में रहते हुए हम अपनी लड़ाई को अंजाम देंगे। ਸੋ ਲਖੀਮਪੁਰ ਖੀਰੀ ਕਤਲੇਆਮ ਮਾਮਲੇ ਦੇ ਵਿੱਚ ਆਮ ਲੋਕ ਨੇ, ਜਿਹੜੇ ਨਿਆਂ ਪਸੰਦ ਲੋਕ ਨੇ, ਉਹ ਇਹੀ ਸੋਚ ਰਹੇ ਨੇ ਕਿ ਸ਼ਾਇਦ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਜਿਹੜਾ ਕਤਲੇਆਮ ਹੈ ਉਹ ਯੋਗੀ ਆਦਿੱਤਿਆਨਾਥ ਦੇ ਗਲੇ ਦੀ ਹੱਡੀ ਬਣ ਜਾਵੇ, ਪਰ ਹਾਲੇ ਤੱਕ ਤਾਂ ਸਰਕਾਰ ਕਿਸੇ ਵੀ ਰੌਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਹੈ। ਹੋਰ ਖਬਰਾਂ ਦਾ ਰੁਖ ਕਰ ਲੈਂਦੇ ਆ ਤਾਂ ਪੰਜਾਬ ਦੇ ਵਿੱਚ ਨਰਮਾ ਪੱਟੀ ਦੇ ਕਿਸਾਨਾਂ ਦਾ ਜਿਹੜਾ ਨਰਮਾ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਇਆ ਹੈ, ਉਸ ਨਰਮੇ ਦੇ ਮੁਆਵਜ਼ੇ ਦੇ ਲਈ ਹੁਣ ਪਿੰਡ ਬਾਦਲ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਮੂਹਰੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਮੋਰਚਾ ਲਾ ਦਿੱਤਾ ਹੈ। 5 ਜ਼ਿਲ੍ਹਿਆਂ ਦੇ ਕਿਸਾਨ ਇੱਥੇ ਪਹੁੰਚੇ ਹੋਏ ਨੇ। ਮੁਆਵਜ਼ੇ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਗਿਰਦੌਰੀ ਕਰਵਾਈ ਜਾਵੇ, ਕਿਉਂਕਿ ਨਰਮਾ ਇੱਥੇ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋਇਆ। ਹਰ ਕਿਸਾਨ ਦਾ 85% ਨਰਮਾ ਇਸ ਗੁਲਾਬੀ ਸੁੰਡੀ ਨੇ ਖਾ ਲਿਆ। ਗੁਲਾਬੀ ਸੁੰਡੀ ਦੇ ਕਹਿਰ ਕਰਕੇ, ਜ਼ੁਲਮ ਕਰਕੇ ਕਿਸਾਨ ਆਪਣੀਆਂ ਫਸਲਾਂ ਨੂੰ ਵਾਹ ਤੱਕ ਰਹੇ ਨੇ, ਕਿਉਂਕਿ ਜਿਨ੍ਹਾਂ ਫਸਲਾਂ ਦੇ ਵਿੱਚ ਇੱਕ ਵੀ ਟਿੰਡਾ ਨਹੀਂ ਬਚਿਆ ਹੈਗਾ, ਸਿਰਫ ਟਿੰਡਾ ਖੋਲਣ ਤੇ ਗੁਲਾਬੀ ਸੁੰਡੀ ਹੀ ਨਿਕਲਦੀ ਹੈ, ਵਿੱਚ ਅੰਦਰ ਜਿਹੜਾ ਫੁੱਟ ਹੁੰਦਾ ਉਹ ਤਾਂ ਦਿਖਾਈ ਹੀ ਨਹੀਂ ਦਿੰਦਾ, ਕਾਟਨ ਦਿਖਾਈ ਹੀ ਨਹੀਂ ਦਿੰਦੀ, ਤਾਂ ਫਿਰ ਕਿਸਾਨ ਮਜਬੂਰ ਹੋ ਕੇ ਵਾਹ ਰਹੇ ਨੇ। ਤੇ ਕਿਤੋਂ ਕਿਤੋਂ ਖੁਦਕੁਸ਼ੀ ਦੀਆਂ ਬਹੁਤ ਹੀ ਨਿਰਾਸ਼ ਕਰਨ ਵਾਲੀਆਂ ਖਬਰਾਂ ਨੇ ਜਿਹੜੀਆਂ ਉਹ ਵੀ ਮਿਲਦੀਆਂ ਨੇ। ਇਸ ਦੇ ਦਰਮਿਆਨ ਕਿਸਾਨ ਮੋਰਚੇ ਨੇ ਕਪਾਹ ਦੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਸਾਰੇ ਸੂਬਿਆਂ ਦੇ ਵਿੱਚ ਝੋਨੇ ਦੇ ਕਿਸਾਨਾਂ ਤੋਂ ਝੋਨਾ ਤੁਰੰਤ ਖਰੀਦਣ ਦੀ ਵੀ ਮੰਗ ਕੀਤੀ ਹੈ। ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਆਪਣਾ ਸੰਘਰਸ਼ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ। ਇਹ ਸੰਘਰਸ਼ 6 ਅਕਤੂਬਰ ਬੁੱਧਵਾਰ ਤੋਂ ਸ਼ੁਰੂ ਹੋਣਾ ਸੀ, ਪਰ ਮੁੱਖ ਮੰਤਰੀ ਪੰਜਾਬ ਦੇ ਵਿੱਚ ਨਾ ਹੋਣ ਕਰਕੇ ਸੰਘਰਸ਼ ਨੂੰ ਮੁਲਤਵੀ ਕੀਤਾ ਗਿਆ ਹੈ। ਤੇ ਹੁਣ ਰਾਜਾ ਵੜਿੰਗ ਨੇ ਭਰੋਸਾ ਦਿੱਤਾ ਹੈ, ਜਿਹੜੇ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ, ਉਹਨਾਂ ਨੇ ਭਰੋਸਾ ਦਿਵਾਇਆ ਕਿ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚ ਵਾਪਸ ਆ ਜਾਣਗੇ ਤੇ ਉਦੋਂ ਉਹਨਾਂ ਦੇ ਨਾਲ ਬੈਠਕ ਕੀਤੀ ਜਾਊ, ਉਹਨਾਂ ਚਿਰ ਤੁਸੀਂ ਆਪਣੇ ਸੰਘਰਸ਼ ਨੂੰ ਮੁਲਤਵੀ ਕਰ ਦਿਓ। ਇਸ ਵਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੂਪੀ ਦੌਰੇ ਤੇ ਗਏ ਹੋਏ ਨੇ ਤੇ ਇਸ ਕਰਕੇ ਜਿਹੜਾ ਟਾਈਮ ਹੈ ਜਿਹੜਾ ਕਾਮਿਆਂ ਦੇ ਵੱਲੋਂ ਜ਼ਰੂਰ ਦਿੱਤਾ ਗਿਆ ਹੈ, ਜਿਹੜਾ ਦੇਣਾ ਵੀ ਬਣਦਾ ਹੈ। ਹੁਣ ਮੀਟਿੰਗ ਹੈ ਜਿਹੜੀ ਉਹ ਹੋਵੇਗੀ, ਸ਼ਾਇਦ 12 ਤਰੀਕ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਜਿਹੜਾ ਦਵਾਇਆ ਗਿਆ ਹੈ। ਉਦੋਂ ਤੱਕ ਸਾਰੇ ਚੱਕਾ ਜਾਮ ਪ੍ਰੋਗਰਾਮ ਨੇ ਬੰਦ ਕੀਤੇ ਗਏ ਨੇ। ਆਮ ਲੋਕਾਂ ਦੇ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਬੱਸਾਂ ਬੰਦ ਨਹੀਂ ਹੋਣਗੀਆਂ, ਰੋਡਵੇਜ਼ ਦੀਆਂ ਲਾਰੀਆਂ ਚੱਲਦੀਆਂ ਰਹਿਣਗੀਆਂ।
ਕੌਮਾਂਤਰੀ ਹਾਕੀ ਫੈਡਰੇਸ਼ਨ ਪੁਰਸਕਾਰ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਾਲ ਦੇ ਸਰਵਉੱਤਮ ਖਿਡਾਰੀ ਐਲਾਨੇ ਗਏ ਨੇ। ਭਾਰਤ ਨੇ FIH ਯਾਨੀ ਕਿ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਸਾਲਾਨਾ ਪੁਰਸਕਾਰਾਂ ਤੇ ਕਬਜ਼ਾ ਕੀਤਾ ਹੈ। 5 ਖਿਡਾਰੀਆਂ ਅਤੇ ਪੁਰਸ਼ਾਂ ਤੇ ਮਹਿਲਾ ਟੀਮਾਂ ਦੇ ਮੁੱਖ ਕੋਚਾਂ ਨੇ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਪੁਰਸਕਾਰ ਹਾਸਲ ਕੀਤੇ। ਟੋਕੀਓ ਓਲੰਪਿਕਸ ਖੇਡਾਂ ਦੇ ਵਿੱਚ ਭਾਰਤੀ ਪੁਰਸ਼ ਟੀਮ ਦੇ ਇਤਿਹਾਸਿਕ ਕਾਂਸੀ ਦੇ ਤਗਮੇ ਤੇ ਮਹਿਲਾ ਟੀਮ ਦੇ ਬੇਮਿਸਾਲ ਪ੍ਰਦਰਸ਼ਨ ਕਾਰਨ ਭਾਰਤੀ ਖਿਡਾਰੀਆਂ ਤੇ ਕੋਚਾਂ ਨੇ FIR ਹਾਕੀ ਸਟਾਰਸ ਪੁਰਸਕਾਰ 2020-21 ਦੇ ਵਿੱਚ ਦਬਦਬਾ ਬਣਾਇਆ। ਗੁਰਜੀਤ ਕੌਰ, ਹਰਮਨਪ੍ਰੀਤ ਸਿੰਘ ਨੇ ਆਪੋ ਆਪਣੀਆਂ ਸ਼੍ਰੇਣੀਆਂ ਦੇ ਵਿੱਚ ਸਾਲ ਦੇ ਸਭ ਤੋਂ ਚੰਗੇ ਖਿਡਾਰੀ ਦਾ ਪੁਰਸਕਾਰ ਹਾਸਲ ਕੀਤਾ। ਇਸ ਦੇ ਨਾਲ ਹੀ ਗੋਲਕੀਪਰ ਸਰਵੋਤਮ ਗੋਲਕੀਪਰ ਸਵਿਤਾ ਪੂਨੀਆ ਨੂੰ ਮਿਲਿਆ। ਸਰਵੋਤਮ ਗੋਲਕੀਪਰ ਪੁਰਸ਼ ਹੈ ਜਿਹੜਾ ਉਹ PR ਸਰਜੇਸ਼ ਨੂੰ ਮਿਲਿਆ। ਇਸ ਤਰ੍ਹਾਂ ਸਰਵੋਤਮ ਰਾਈਜ਼ਿੰਗ ਸਟਾਰ ਮਹਿਲਾ ਸ਼ਰਮੀਲਾ ਦੇਵੀ ਨੂੰ, ਵਿਵੇਕ ਪ੍ਰਸਾਦ ਨੂੰ ਰਾਈਜ਼ਿੰਗ ਸਟਾਰ ਪੁਰਸ਼ ਦਾ ਪੁਰਸਕਾਰ ਹੈ ਜਿਹੜਾ ਉਹ ਮਿਲਿਆ ਤੇ ਭਾਰਤ ਦਾ ਨਾਮ ਹੈ ਜਿਹੜਾ ਇਹਨਾਂ ਪੁਰਸਕਾਰਾਂ ਦੇ ਵਿੱਚ ਚਮਕਿਆ ਹੈ। ਪੰਜਾਬ ਸਰਕਾਰ ਨੇ 12 ਹੋਰ IAS ਤੇ 5 PCS ਅਫਸਰਾਂ ਦੀਆਂ ਬਦਲੀਆਂ ਨੇ ਜਿਹੜੀਆਂ ਉਹ ਕਰ ਦਿੱਤੀਆਂ ਨੇ। ਪਟਾਖਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਤਿੱਖੀ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਦੀ ਜ਼ਿੰਦਗੀ ਨੂੰ ਦਾਅ ਤੇ ਲਾ ਕੇ ਅਸੀਂ ਜਸ਼ਨ ਨਹੀਂ ਮਨਾ ਸਕਦੇ, ਦੂਜਿਆਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਅਸੀਂ ਖੁਸ਼ੀਆਂ ਨਹੀਂ ਮਨਾ ਸਕਦੇ। ਸੁਪਰੀਮ ਕੋਰਟ ਨੇ ਕਿਹਾ ਕਿ ਪਟਾਖਿਆਂ ਦੇ ਵਿੱਚ ਬੇਰੀਅਮ ਨਾਈਟ੍ਰੇਟ ਦੀ ਵਰਤੋਂ ਨਾ ਕੀਤੀ ਜਾਵੇ। ਜਸਟਿਸ MR ਸ਼ਾਹ ਅਤੇ AS ਬੋਪੰਨਾ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਜਸ਼ਨ ਇੱਕ ਫੁੱਲਝੜੀ ਦੇ ਨਾਲ ਵੀ ਮਨਾਇਆ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿ ਵੱਡੇ ਬੰਬ ਨੇ ਜਿਹੜੇ ਉਹ ਚਲਾਏ ਜਾਣ, ਉਹ ਫੋੜੇ ਜਾਣ, ਪ੍ਰਦੂਸ਼ਣ ਕੀਤਾ ਜਾਵੇ ਅਤੇ ਰੌਲਾ ਪਾ ਕੇ ਲੋਕਾਂ ਦੇ ਕੰਨ ਪਾੜੇ ਜਾਣ। ਅਦਾਲਤ ਨੇ ਸੀਨੀਅਰ ਵਕੀਲ ਗੋਪਾਲ ਸ਼ੰਕਰ ਨਾਰਾਇਣ ਦੇ CBI ਦੀ ਰਿਪੋਰਟ ਦੇ ਆਧਾਰ ਤੇ ਇੱਕ ਐਡੀਸ਼ਨਲ ਹਲਫਨਾਮਾ ਦਰਜ ਕੀਤਾ ਹੈ ਤੇ ਸੱਚਮੁੱਚ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਇਸ ਦੌਰਾਨ ਪਟਾਖਾ ਨਿਰਮਾਤਾਵਾਂ ਦੀ ਐਸੋਸੀਏਸ਼ਨ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਦਲੀਲ ਦਿੱਤੀ ਹੈ ਕਿ ਉਦਯੋਗਾਂ ਨੂੰ ਸਰਕਾਰ ਵੱਲੋਂ ਜਾਰੀ ਪ੍ਰੋਟੋਕੋਲ ਦੇ ਮੁਤਾਬਿਕ ਹੀ ਕੰਮ ਕਰਨਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਸਾਡੇ ਪਹਿਲੇ ਹੁਕਮਾਂ ਦੀ ਹਰ ਸੂਬੇ ਨੂੰ ਪਾਲਣਾ ਕਰਨੀ ਪਵੇਗੀ। ਸਵਾਲ ਇਹ ਨਹੀਂ ਕਿ ਇਹ ਸਮੱਗਰੀ ਹੈ, ਸਵਾਲ ਇਹ ਹੈ ਕਿ ਬਾਜ਼ਾਰ ਦੇ ਵਿੱਚ ਖੁੱਲ੍ਹੇਆਮ ਵਿਕ ਰਿਹਾ ਹੈ ਤੇ ਲੋਕ ਇਹਨੂੰ ਵਰਤ ਰਹੇ ਨੇ, ਪਰ ਦੂਸਰਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਤਾਂ ਲਗਾਤਾਰ ਵਧ ਹੀ ਰਹੇ ਨੇ। ਬੁੱਧਵਾਰ ਨੂੰ ਵੀ ਵਧੇ ਨੇ, ਪਰ LPG ਸਿਲੰਡਰ ਦਾ ਭਾਅ ਵੀ 15 ਰੁਪਏ ਵਧਾ ਦਿੱਤਾ ਗਿਆ ਹੈ। ਇੱਕ ਵੱਡਾ ਜਿਹੜਾ ਵਾਧਾ ਹੈ 15 ਰੁਪਏ ਦਾ ਉਹ ਕੀਤਾ ਗਿਆ ਹੈ। ਤੇਲ ਕੰਪਨੀ ਦੇ ਅਧਿਕਾਰੀਆਂ ਦੇ ਮੁਤਾਬਿਕ ਸਬਸਿਡੀ ਅਤੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ LPG ਦੀ ਕੀਮਤ ਹੈ ਜਿਹੜੀ 899 ਰੁਪਏ 50 ਪੈਸੇ ਯਾਨੀ ਕਿ 900 ਰੁਪਏ ਦਾ ਸਿਲੰਡਰ ਹੈ ਜਿਹੜਾ ਉਹ ਹੁਣ ਮਿਲੂਗਾ। ਪੈਟਰੋਲ ਦੇ ਭਾਅ ਵਿੱਚ 30 ਪੈਸੇ ਤੇ ਡੀਜ਼ਲ ਦੇ ਭਾਅ ਵਿੱਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਭਾਅ 'ਚ ਵਾਧੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਨੀਟ ਸੁਪਰ ਸਪੈਸ਼ਲਿਟੀ ਪ੍ਰੀਖਿਆ ਦੇ ਪੈਟਰਨ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਐਕੈਡੈਮਿਕ ਸੈਸ਼ਨ 2022-23 ਤੋਂ ਲਾਗੂ ਕੀਤੀਆਂ ਜਾਣਗੀਆਂ। ਜਸਟਿਸ DY ਚੰਦਰਚੂੜ ਦੇ ਵਾਲੇ ਬੈਂਚ ਨੇ ਵਧੀਕ ਸੋਲਿਸਿਟਰ ਜਨਰਲ ਐਸ਼ਵਰਿਆ ਭਾਟੀ ਦੀਆਂ ਦਲੀਲਾਂ ਨੂੰ ਰਿਕਾਰਡ ਵਿੱਚ ਰੱਖਿਆ ਤੇ ਉਹਨਾਂ ਵਿਦਿਆਰਥੀਆਂ ਦੀਆਂ ਪਟੀਸ਼ਨਾਂ ਦਾ ਨਿਬੇੜਾ ਕੀਤਾ ਜਿਨ੍ਹਾਂ ਨੇ ਇਸ ਸਾਲ ਤੋਂ ਨੀਟ ਸੁਪਰ ਸਪੈਸ਼ਲਿਟੀ ਦੇ ਪ੍ਰੀਖਿਆ ਪੈਟਰਨ ਦੇ ਵਿੱਚ ਬਦਲਾਅ ਕਰਨ ਬਾਰੇ ਕੇਂਦਰ ਦੇ ਪਹਿਲੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਤਾਇਵਾਨ ਨੇ ਕਿਹਾ ਕਿ ਚੀਨ ਨੇ ਜੇ ਸਾਡੇ ਤੇ ਕਬਜ਼ਾ ਕਰ ਲਿਆ ਤਾਂ ਬਹੁਤ ਹੀ ਤਬਾਹੀ ਵਾਲੇ ਨਤੀਜੇ ਨਿਕਲਣਗੇ। ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਚੀਨ ਦੀ ਵੱਧਦੀ ਹੋਈ ਹਮਲਾਵਰ ਬਿਰਤੀ ਅਤੇ ਆਪਣੇ ਲੋਕਤੰਤਰ ਦਾ ਬਚਾਅ ਕਰਦਿਆਂ ਕਿਹਾ ਕਿ ਜੇ ਚੀਨ ਨੇ ਤਾਇਵਾਨ ਨੂੰ ਆਪਣੇ ਅਧੀਨ ਕਰ ਲਿਆ ਤਾਂ ਇਸ ਦੇ ਬਹੁਤ ਹੀ ਵਿਨਾਸ਼ਕਾਰੀ ਨਤੀਜੇ ਹੋਣਗੇ। ਸਾਈ ਇੰਗ ਵੇਨ ਨੇ ਫੋਰਨ ਅਫੇਅਰਸ ਦੇ ਵਿੱਚ ਇੱਕ ਲੇਖ ਲਿਖਿਆ ਹੈ, ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਹਾਲ ਹੀ ਵਿੱਚ ਚੀਨ ਦੇ 38 ਲੜਾਕੂ ਜਹਾਜ਼ ਤਾਇਵਾਨ ਦੇ ਹਵਾਈ ਇਲਾਕੇ ਵਿੱਚ ਘੁਸਪੈਠ ਕਰ ਗਏ ਸੀ। ਫੋਰਨ ਅਫੇਅਰਸ ਦੇ ਵਿੱਚ ਸਾਈ ਇੰਗ ਵੇਨ ਨੇ ਲਿਖਿਆ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਸਾਡੇ ਲੋਕਤੰਤਰ ਅਤੇ ਜੀਵਨ ਸ਼ੈਲੀ ਨੂੰ ਖਤਰਾ ਪਹੁੰਚਿਆ ਤਾਂ ਤਾਇਵਾਨ ਆਤਮ ਸੁਰੱਖਿਆ ਦੇ ਲਈ ਜੋ ਵੀ ਜ਼ਰੂਰੀ ਸਮਝੇਗਾ ਉਹ ਕਰਨ ਨੂੰ ਤਿਆਰ ਹੈ। ਤਾਇਵਾਨ ਨੇ ਦੁਨੀਆ ਭਰ ਦੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਚੀਨ ਦੇ ਵਿਆਪਕ ਖਤਰੇ ਨੂੰ ਸਮਝਣਾ ਹੋਵੇਗਾ। ਦੁਨੀਆ ਨੂੰ ਸਮਝਣ ਦੀ ਲੋੜ ਹੈ ਕਿ ਤਾਇਵਾਨ ਜੇ ਚੀਨ ਦੇ ਹੱਥਾਂ ਵਿੱਚ ਚਲਾ ਗਿਆ ਤਾਂ ਸ਼ਾਂਤੀ ਦੇ ਲਈ ਇਹ ਬਹੁਤ ਹੀ ਤਬਾਹਕੁਨ ਹੋਵੇਗਾ। ਇਹ ਲੋਕਤੰਤਰਿਕ ਸਾਂਝੇਦਾਰੀ ਦੇ ਲਈ ਬਹੁਤ ਹੀ ਖਤਰਨਾਕ ਸਾਬਿਤ ਹੋਵੇਗਾ। ਬੁਲੇਟਿਨ ਦੇ ਵਿੱਚ ਇੱਕ ਖਬਰ ਜੰਮੂ ਕਸ਼ਮੀਰ ਤੋਂ ਵੀ ਤੁਹਾਨੂੰ ਦੱਸਦੇ ਹਾਂ। ਪੁਲਿਸ ਦੇ ਦੱਸਣ ਦੇ ਮੁਤਾਬਿਕ ਮੰਗਲਵਾਰ ਸ਼ਾਮ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਸ਼੍ਰੀਨਗਰ ਦੇ ਇੱਕ ਮੰਨੇ
ਪ੍ਰਮੰਨੇ ਕੈਮਿਸਟ 68 ਸਾਲ ਦੇ ਮਾਖਣ ਲਾਲ ਬਿੰਦਰੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਜਦੋਂ ਉਹਨਾਂ ਦਾ ਕਤਲ ਕੀਤਾ ਗਿਆ ਉਦੋਂ ਸ਼੍ਰੀਨਗਰ ਦੇ ਇਕਬਾਲ ਪਾਰਕ ਦੇ ਵਿੱਚ ਆਪਣੀ ਦੁਕਾਨ ਵਿੱਚ ਮੌਜੂਦ ਸਨ। ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਲਈ ਲਿਜਾਇਆ ਗਿਆ ਪਰ ਰਾਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਆਪਣੇ ਪਿਤਾ ਦੇ ਕਤਲ ਤੇ ਉਹਨਾਂ ਦੀ ਧੀ ਸ਼ਰਦਾ ਬਿੰਦਰੂ ਨੇ ਕਿਹਾ ਕਿ ਇਹ ਕਸ਼ਮੀਰ ਦੀ ਲੜਾਈ ਨਹੀਂ ਹੋ ਸਕਦੀ ਕਿਉਂਕਿ ਇਸ ਵਿੱਚ ਕਸ਼ਮੀਰ ਦੀ ਸੇਵਾ ਕਰਨ ਵਾਲੇ ਨੂੰ ਹੀ ਮਾਰ ਦਿੱਤਾ ਗਿਆ। ਉਹਨਾਂ ਪੁੱਛਿਆ ਕਿ ਜ਼ਿੰਦਗੀ ਭਰ ਲੋਕਾਂ ਦੀ ਸੇਵਾ ਕਰਨ ਵਾਲੇ ਨਾਲ ਆਖਿਰ ਅਜਿਹਾ ਹੋਣਾ ਕੀ ਸਹੀ ਹੈ। ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਬਿੰਦਰੂ ਨੇ ਕਿਹਾ ਕਿ ਬਹੁਤ ਹੀ ਚੰਗੇ ਇਨਸਾਨ ਸੀ ਜਿਨ੍ਹਾਂ ਨੇ ਕਸ਼ਮੀਰ ਦੀ ਸੇਵਾ ਕੀਤੀ। ਉਹਨਾਂ ਦਾ ਸਰੀਰ ਨਹੀਂ ਰਿਹਾ ਲੇਕਿਨ ਉਹਨਾਂ ਦੀ ਆਤਮਾ ਜ਼ਿੰਦਾ ਹੈ। ਇਸ ਮੌਕੇ ਸ਼੍ਰੀਨਗਰ ਦੇ ਮੇਅਰ ਜੁਨੈਦ ਮੱਟੂ ਨੇ ਐਲਾਨ ਕੀਤਾ ਕਿ ਮਾਖਣ ਲਾਲ ਬਿੰਦਰੂ ਦੇ ਸਮਾਜ ਸੇਵਾ ਦੇ ਯੋਗਦਾਨ ਨੂੰ ਦੇਖਦੇ ਹੋਏ ਸ਼ਹਿਰ ਦੀ ਹਫਤ ਚਨਾਰ ਚੌਕ ਦੇ ਵਿੱਚ ਜਹਾਂਗੀਰ ਚੌਕ ਤੱਕ ਦੀ ਸੜਕ ਦਾ ਨਾਮ ਸ਼ਹੀਦ ਮਾਖਣ ਲਾਲ ਬਿੰਦਰੂ ਕੀਤਾ ਜਾਏਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।